ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। 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 ਸਗਲੀ ਚਿੰਤ ਮਿਟਾਈ, ਸਗਲੀ ਚਿੰਤ ਮਿਟਾਈ। ਸਗਲੀ ਚਿੰਤ ਮਿਟਾਈ, ਤਿਨ ਸਗਲੀ ਚਿੰਤ ਮਿਟਾਈ। ਬਾਣੀ ਆਈ, ਸਗਲੀ ਚਿੰਤ ਮਿਟਾਈ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਪਰਮੇਸ਼ਰ ਦਿੱਤਾ ਪੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਅੰਧ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਤਾਰੀ। ਸੰਤੋ ਸੁਖ ਵਾ ਸਭ ਜਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ। ਰਵ ਰਹਿਆ ਸਭਨੀ ਜਾਈ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਤੁਰ ਕੀ ਬਾਣੀ ਆਈ, ਸਗਲੀ ਚਿੰਤ ਮਿਟਾਈ। ਤੁਰ ਕੀ ਬਾਣੀ ਆਈ, ਸਗਲੀ ਚਿੰਤ ਮਿਟਾਈ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਸਗਲੀ ਚਿੰਤ ਮਿਟਾਈ, ਸਗਲੀ ਚਿੰਤ ਮਿਟਾਈ। ਸਗਲੀ ਚਿੰਤ ਮਿਟਾਈ, ਤਿਨ ਸਗਲੀ ਚਿੰਤ ਮਿਟਾਈ। ਅਗਲੀ ਚਿੰਤ ਮਿਟਾਈ, ਅਗਲੀ ਚਿੰਤ ਮਿਟਾਈ।
चिंत मिटाई। पानी आई सगली चिंत मिटाई। तुलसी पानी आई सगली चिंत मिटाई। तुर की बाणी आई तन सगली चिंत मिटाई। दयाल पुरख मेहरबाना हर नानक साच विखाना। पढ़न सुन को बाणी आयो पढ़न सुन को बाणी। पढ़न सुन को बाणी पढ़न सुन को बाणी। पढ़न सुन को बाणी पढ़न सुन को बाणी। पढ़न सुन को बाणी आयो पढ़न सुन को बाणी। पढ़न सुन को बाणी पढ़न सुन को बाणी। पढ़न सुन को बाणी आयो पढ़न सुन को बाणी। परम सत्कारयोग गुरु पातशाह जी की पावन पवित्र उच्ची सुची ते निगी गोद दा आनंद मान रही गुरु रूप गुरु सारी साध संगत जीओ। अपने दुनियावी धंधे धंधारां तो छुटकारा पा करके आप सारी माई भाई गुरु चरणों में पुज के अपनी जिंदगी दीयां अमूल्य कड़ियां गुरु चरणों में लगा के सफलियां करन दी के चला जानी कृपालता कर। साध संगत जी गुरु घर दे विच जे विचार करके वेख्या जाए इत्थे सत बचन नूं थां है। इत्थे हुक्म मनण नूं थां है हुक्म मनाउण नूं थां नहीं है। गुरु नानक जी के चरणों में बाबा लैणा जी ये वो जमाना से जदों गुरु नानक जी चारे उदासियां तय कर चुके सन। एक एक उदासी 13-13 साल दी सी। 13 साल जे पूर्व नूं गए तो पूर्व नूं ही गए। 13 साल जे पश्चिम नूं गए तो पश्चिम नूं दे उत्तर नूं गए तो उत्तर नूं दक्षिण नूं गए तो दक्षिण नूं। ऐं कह लो गुरु की संगत ईस्ट नूं गए 13 साल वैस्ट नूं गए 13 साल गुरु बाबा जी साध संगत जी साउथ नूं गए। इस तरह ही गुरु बाबा जी ने ये चारे उदासियां कंप्लीट कर चुके सन। यह जमाना गुरु नानक जी दे वेखण वाला सी। गुरु की संगत गुरु घर दे विच शंके नूं कोई थां नहीं है। इत्थे शरधा नूं थां है।
ਗੁਰੂ ਨਾਨਕ ਜੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਰਹਿੰਦੇ ਹਨ। ਪਹਿਲਾਂ ਸੰਗਤਾਂ ਦੇ ਪਾਸ ਚੱਲ ਕੇ ਆਪ ਗਏ। ਫਿਰ ਜਦੋਂ ਗੁਰੂ ਬਾਬਾ ਜੀ ਨੇ ਜਾਣਾ ਬੰਦ ਕੀਤਾ, ਫਿਰ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਆਇਆ ਕਰਦੀਆਂ ਸਨ। ਕਰਤਾਰਪੁਰ ਕਰਤਾ ਬਸੇ ਤਿੰਨ ਸੰਤਨ ਕੇ ਪਾਸ। ਗੁਰੂ ਕੀ ਸੰਗਤ ਬਾਬਾ ਲਹਿਣਾ ਜੀ ਸਾਲ ਦੇ ਸਾਲ ਕਿਸੇ ਦੇਵੀ ਦੇ ਦਰਸ਼ਨ ਕਰਨ ਵਾਸਤੇ ਜਾਇਆ ਕਰਦੇ ਸਨ। ਗੁਰੂ ਕੀ ਸੰਗਤ ਕਿਸੇ ਸਮੇਂ ਭਗਤ ਕਬੀਰ ਜੀ ਦੇ ਚਰਨਾਂ ਵਿੱਚ ਆਪ ਜੀ ਦੇ ਸ਼ਰਧਾਲੂਆਂ ਨੇ ਪ੍ਰਾਰਥਨਾ ਕੀਤੀ, ਸੰਗੀਆਂ ਨੇ ਪ੍ਰਾਰਥਨਾ ਕੀਤੀ, ਭਗਤ ਜੀ ਜੀਵ ਦਾ ਉਦਾਰ ਕਿਵੇਂ ਹੋਵੇ। ਕੁਝ ਲੋਕਾਂ ਦਾ ਖਿਆਲ ਹੈ ਕਿ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਚਾਹੀਦੀ, ਕੁਝ ਕੁ ਲੋਕਾਂ ਦਾ ਖਿਆਲ ਹੈ ਤੀਰਥਾਂ 'ਤੇ ਨਹਾਉਣਾ ਚਾਹੀਦਾ। ਆਪ ਕਿਰਪਾ ਕਰਕੇ ਇਹ ਦੱਸੋ ਕਿ ਤੀਰਥਾਂ ਦੇ ਨਾਤਿਆਂ ਜੀਵ ਦੀ ਕਲਿਆਣ ਹੁੰਦੀ ਹੈ ਜਾਂ ਦੇਵੀ ਦੇਵਤਿਆਂ ਦੀ ਕਲਿਆਣ ਹੋ ਸਕਦੀ। ਉਸ ਮੌਕੇ ਕਬੀਰ ਜੀ ਲੱਗੇ ਕਹਿਣ, ਪ੍ਰੇਮੀਆਂ ਦੇ ਤੀਰਥਾਂ ਦੇ ਨਾਤਿਆਂ ਮੁਕਤੀ ਹੋ ਜਾਣੀ ਹੁੰਦੀ। ਸਾਧ ਸੰਗਤ ਜੀ, ਤੀਰਥਾਂ ਦੇ ਨਾਤਿਆਂ ਸਰੀਰ ਤਾਂ ਧੋਤਾ ਜਾ ਸਕਦਾ, ਪਰ ਮੈਲੀ ਮਨ ਪਾਣੀ ਨਾਲ ਥੋੜ੍ਹੀ ਧੁੱਪਣੀ ਹੈ। ਉਸ ਮੌਕੇ ਗੁਰੂ ਕੀ ਸੰਗਤ ਭਗਤ ਕਬੀਰ ਜੀ ਲੱਗੇ ਕਹਿਣ, ਨਾਵਣ ਕੋ ਤੀਰਥ ਕਣੇ। ਨਹਾਉਣ ਵਾਸਤੇ ਦੁਨੀਆ ਦੇ ਵਿੱਚ ਕੋਈ ਤੀਰਥਾਂ ਦਾ ਘਾਟਾ ਨਹੀਂ, ਕੋਈ ਕਮੀ ਨਹੀਂ। 318 ਤੀਰਥ ਮੰਨੇ ਹਨ। ਨਾਵਣ ਕੋ ਤੀਰਥ ਕਣੇ ਮਨ ਬਉਰਾ ਰੇ। ਕਹਿੰਦੇ ਪੂਜਨ ਕੋ ਬੋ ਦੇਵ, ਪੂਜਾ ਕਰਨ ਵਾਸਤੇ ਦੇਵੀ ਦੇਵਤਿਆਂ ਦਾ ਘਾਟਾ ਨਹੀਂ। ਦੇਵ ਲੋਕ ਦਾ 33.5 ਕਰੋੜ ਦੇਵੀ ਦੇਵਤਾ, ਉਹ ਵੀ ਜਨਮ ਮਰਨ ਦੇ ਵਿੱਚ ਹੈ। ਨਾਵਣ ਕੋ ਤੀਰਥ ਕਣੇ ਮਨ ਬਉਰਾ ਰੇ, ਪੂਜਨ ਕੋ ਬੋ ਦੇਵ। ਕਹੋ ਕਬੀਰ ਛੂਟਣ ਨਹੀਂ ਮਨ ਬਉਰਾ ਰੇ। ਨਾ ਤੀਰਥਾਂ ਦੇ ਨਾਤੇ ਇਸ ਦੀ ਮੁਕਤੀ ਹੋਣੀ, ਕਲਿਆਣ ਹੋਣੀ, ਇਸਦਾ ਛੁਟਕਾਰਾ ਹੋਣਾ, ਨਾ ਦੇਵੀ ਦੇਵਤਿਆਂ ਦੀ ਪੂਜਾ ਕਰੇ ਇਸਦਾ ਛੁਟਕਾਰਾ ਹੋਣਾ। ਗੁਰੂ ਕੀ ਸੰਗਤ ਕਹੋ ਕਬੀਰ ਛੂਟਣ ਨਹੀਂ ਮਨ ਬਉਰਾ ਰੇ, ਛੂਟਣ ਹਰ ਕੀ ਸੇਵ। ਗੁਰੂ ਚਰਨਾਂ ਵਿੱਚ ਆ ਕੇ ਇਸ ਦੀ ਕਲਿਆਣ ਹੋਣੀ, ਇਸ ਦੀ ਗਤੀ ਹੋਣੀ ਹੈ। ਬਾਬਾ ਲਹਿਣਾ ਜੀ ਜ਼ਿੰਦਗੀ ਦਾ 22ਵਾਂ ਵਰ੍ਹਾ ਬੀਤਣ ਵਾਲਾ ਸੀ। ਜਦੋਂ ਬੜੇ ਚੰਗੇ ਕਰਮ ਹੁੰਦੇ ਨੇ ਫਿਰ ਬੰਦੇ ਨੂੰ ਜਾ ਕੇ ਗੁਰੂ ਸ਼ਰਨ ਮਿਲਦੀ ਹੈ। ਇੱਕ ਵਾਰੀ ਕਹਿ ਦੇ ਵਾਹਿਗੁਰੂ, ਤੁਸੀਂ ਸਿੱਖ ਹੋ, ਸਿੱਖ ਦਾ ਜਨਮ ਕਿਤੇ ਐਵੇਂ ਥੋੜ੍ਹਾ ਹੋ ਜਾਂਦਾ। ਸਿੱਖਾਂ ਦੇ ਘਰੇ ਜਨਮ ਰਾਜੇ ਭਰਤਰੀ ਵਰਗਿਆਂ ਨੇ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਕਿਸੇ ਸਮੇਂ ਬੇਨਤੀ ਕੀਤੀ ਸੀ। ਜਦੋਂ ਗੁਰੂ ਬਾਬਾ ਜੀ ਰਾਜੇ ਭਰਤਰੀ ਨੂੰ ਸਮੇਰ ਪਰਬਤ ਦੇ ਉੱਤੇ ਮਿਲੇ, ਪਹਾੜ ਦੇ ਉੱਤੇ ਮਿਲੇ, ਬੜੇ ਬਚਨ ਬਿਲਾਸ ਹੋਏ। ਉਪਰੰਤ ਸਾਧ ਸੰਗਤ ਜੀ ਰਾਜੇ ਭਰਤਰੀ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਕਿ ਮੇਰਾ ਅਗਲਾ ਜਨਮ ਸਿੱਖਾਂ ਦੇ ਘਰ ਹੋ ਜਾਵੇ। ਹੁਣ ਅਸੀਂ ਝਾਤੀ ਮਾਰ ਲਓ ਵੀ ਅਸੀਂ ਸਿੱਖਾਂ ਦੇ ਘਰੇ ਜਨਮ ਲੈ ਕੇ ਇਸ ਸਿੱਖੀ ਦੀ ਕਿੰਨੀ ਕੁ ਕਦਰ ਕਰ ਰਹੇ। ਗੁਰੂ ਬਾਬੇ ਨੇ ਆਖਿਆ, ਰਾਜਾ ਭਰਤਰੀ ਤੂੰ ਸਿੱਖਾਂ ਦੇ ਘਰ ਜਿਹੜੇ ਜਨਮ ਲੈਣ ਦੀ ਗੱਲ ਕੀਤੀ ਨਾ, ਅਜੇ ਤੈਨੂੰ 10,000 ਵਰਾ ਕਹਿੰਦੇ ਨੇ ਈਅਰ ਨੂੰ, ਅਜੇ ਤੈਨੂੰ 10,000 ਸਾਲ ਗੁਰੂ ਕੀ ਸੰਗਤ ਤਪੱਸਿਆ ਕਰਨੀ ਪਵੇਗੀ, ਫਿਰ ਤੇਰਾ ਜਨਮ ਜਾ ਕੇ ਸਿੱਖਾਂ ਦੇ ਘਰ ਹੋਵੇਗਾ। ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਵਿੱਚ ਠੋਕਰਾਂ ਖਾਂਦੇ, ਧੱਕੇ ਖਾਂਦੇ ਆਏ ਹਾਂ, ਫਿਰ ਗੁਰੂ ਕੀ ਸੰਗਤ ਸਾਡਾ ਜਨਮ ਸਿੱਖਾਂ ਦੇ ਘਰ ਹੋ ਗਿਆ, ਪਰ ਫਿਰ ਅਸੀਂ ਕਦਰ ਨਹੀਂ ਕਰਦੇ। ਗੁਰੂ ਕੀ ਸੰਗਤ ਖੈਰ, ਆਓ ਚੱਲੀਏ। ਗੁਰੂ ਨਾਨਕ ਜੀ ਕਰਤਾਰਪੁਰ ਦੀ ਪਵਿੱਤਰ ਧਰਤੀ 'ਤੇ ਠਹਿਰੇ ਹੋਏ ਨੇ, ਨਿਵਾਸ ਰੱਖਦੇ ਨੇ। ਗਰਮੀਆਂ ਦੇ ਦਿਨ ਸਨ। ਬਾਬਾ ਲਹਿਣਾ ਜੀ ਪਹਿਲੇ ਸਾਲਾਂ ਦੀ ਤਰ੍ਹਾਂ ਅੱਜ ਵੀ ਦੇਵੀ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਨੇ। ਜਾਂਦੇ ਜਾਂਦੇ ਸਾਧ ਸੰਗਤ ਕੋਈ ਸ਼ਾਮ ਪੈ ਗਈ, ਇਵਨਿੰਗ ਟਾਈਮ ਕਹਿ ਲਓ, ਤਾਂ ਗੁਰੂ ਬਾਬੇ ਨੂੰ ਪਤਾ ਲੱਗਾ, ਬਾਬਾ ਲਹਿਣਾ ਜੀ ਨੂੰ ਪਤਾ ਲੱਗਾ ਕਿ ਇੱਥੇ ਧਰਮਸ਼ਾਲਾ ਵਿੱਚ ਗੁਰੂ ਨਾਨਕ ਜੀ ਠਹਿਰੇ ਹੋਏ ਨੇ ਕਰਤਾਰਪੁਰ ਵਿੱਚ। ਪਿਛਲੇ ਕਰਮ ਨੇ ਜਿਹੜੇ ਬੰਦੇ ਦੇ ਜਾਗਦੇ ਨੇ। ਇੱਕ ਵਾਰੀ ਕਹਿ ਦੇ ਵਾਹਿਗੁਰੂ, ਇੱਕ ਵਾਰੀ ਕਹਿ ਦੇ ਵਾਹਿਗੁਰੂ। ਸਰੀਰ ਕੀ ਹੈ? ਇੱਕ ਮਲ ਮੂਤਰ ਗੰਦਗੀ ਦਾ ਚੀਥੜਾ। ਅੱਖਾਂ ਦੇਖੋ, ਅੱਖਾਂ ਦੇ ਵਿੱਚ ਤੁਸੀਂ ਜਾਂਦੀ ਹੋ ਸਵੇਰੇ
ਅੱਖਾਂ ਦੇ ਵਿੱਚ ਕਿਵੇਂ ਉਹ ਗਿੱਧ ਭਰੀ ਹੁੰਦੀ ਹੈ। ਨੱਕ ਦੇਖੋ, ਨੱਕ ਦੇ ਵਿੱਚ ਵੀ ਨੋਜੀ। ਗਲਾ ਦੇਖੋ, ਗਲੇ ਦੇ ਵਿੱਚ ਬਲਗਮ। ਸਰੀਰ ਦੇਖੋ, ਪੇਟ ਮਲ ਮੂਤਰ ਗੰਦਗੀ ਦਾ ਚੀਥੜਾ ਤੇ ਹੈ ਹੀ ਹੈ। ਇਹ ਸਾਨੂੰ ਪਰਮੇਸ਼ਰ ਦੇ ਵੱਲੋਂ ਜਿਹੜਾ ਸਰੀਰ ਨਾ ਇੱਕ ਦਾਤ ਮਿਲੀ ਹੈ। ਇੱਕ ਵਾਰੀ ਕਹਿ ਦੇ ਵਾਹਿਗੁਰੂ। ਅਸੀਂ ਸਰੀਰ ਨਹੀਂ ਹਾਂ, ਅਸੀਂ ਸਰੀਰ ਦੇ ਵਿੱਚ ਰਹਿਣ ਵਾਲੀ ਇੱਕ ਪਵਿੱਤਰ ਆਤਮਾ ਜੋ ਵਾਹਿਗੁਰੂ ਦੀ ਅੰਸ਼ ਹੈ, ਜਿਹੜੀ ਨਾ ਕਦੇ ਜੰਮਦੀ ਨਾ ਕਦੇ ਮਰਦੀ ਹੈ। ਜਿਹੋ ਜਿਹੇ ਕਰਮ ਕਰਦਾ ਇਹਨੂੰ ਉਸ ਦੇ ਮੁਤਾਬਕ ਅਗਲਾ ਜਨਮ ਮਿਲ ਜਾਇਆ ਕਰਦਾ ਹੈ। ਸੋ ਗੁਰੂ ਕੀ ਸੰਗਤ ਇਧਰ ਮਾਫ ਕਰਨਾ, ਪਿਛਲੇ ਸਿੱਖਾਂ ਦਾ ਜੀਵਨ ਹੀ ਇਹੀ ਸੀ। ਉਹ ਪਿਛਲੇ ਸਿੱਖ ਸਨ ਜਿਹੜੇ, ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਇੱਕ ਸਤਿਗੁਰੂ ਵਸਦਾ ਸੀ। ਉਹਨਾਂ ਦੀਆਂ ਅੱਖਾਂ ਵਿੱਚ ਗੁਰੂ ਸਾਹਿਬ, ਉਹਨਾਂ ਦੇ ਕੰਨਾਂ ਵਿੱਚ ਗੁਰੂ ਦੀ ਬਾਣੀ, ਉਹਨਾਂ ਦੀ ਰਸਨਾ ਤੇ ਗੁਰੂ ਦਾ ਨਾਮ, ਉਹਨਾਂ ਦੇ ਪੈਰ ਗੁਰੂ ਘਰ ਦੇ ਵੱਲ ਜਾਇਆ ਕਰਦੇ ਸਨ। ਇੱਕ ਵਾਰੀ ਕਹਿ ਦੇ ਵਾਹਿਗੁਰੂ। ਇੱਕ ਸਤਵੇਂ ਪਾਤਸ਼ਾਹ ਦੇ ਮਾਫ ਕਰਨਾ, ਸਤਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਵਾਰੀ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਦੱਸੋ। ਮਹਾਰਾਜ ਸਿੱਖ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਉਹ ਤਿਸ ਘੋਲ ਕਮਾਈ ਪਰ ਨਾਰੀ ਦੇ ਨੇੜ ਨਾ ਜਾਇਆ। ਮੈਂ ਉਸ ਸਿੱਖ ਦੀ ਸੰਗਤ ਤੋਂ ਕੁਰਬਾਨ ਜਾਂਦਾ ਹਾਂ ਜਿਹੜਾ ਪਰਾਈ ਔਰਤ ਦੇ ਨੇੜੇ ਨਹੀਂ ਜਾਂਦਾ, ਭਾਵ ਸੰਗਤ ਨਹੀਂ ਕਰਦਾ। ਜਿਹੋ ਜੀ ਸਾਡੀ ਦ੍ਰਿਸ਼ਟੀ ਬਣ ਜਾਂਦੀ, ਉਹ ਜੀ ਸਾਨੂੰ ਸ੍ਰਿਸ਼ਟੀ ਨਜ਼ਰ ਆਇਆ ਕਰਦੀ ਹੈ। ਮਾਫ ਕਰਨਾ ਗੁਰੂ ਕੀ ਸੰਗਤ, ਆਪਾਂ ਰੋਜ਼ ਜਾਣਦੇ ਹੀ ਹਾਂ ਜਿਹੋ ਜਿਹੇ ਅਸੀਂ ਕਰਮ ਕਰਦੇ ਹਾਂ। ਚੋਰ ਨੂੰ ਸਾਰੇ ਚੋਰ ਨਜ਼ਰ ਆਉਂਦੇ ਨੇ, ਠੱਗ ਨੂੰ ਸਾਰੇ ਠੱਗ ਨਜ਼ਰ ਆਉਂਦੇ ਨੇ। ਗੁਰੂ ਕੀ ਸੰਗਤ ਡਾਕੂ ਨੂੰ ਸਾਰੇ ਡਾਕੂ ਨਜ਼ਰ ਆਉਂਦੇ ਨੇ। ਸਤਿਪੁਰਸ਼ ਸਾਰਿਆਂ ਦੇ ਵਿੱਚ ਬ੍ਰਹਮ ਦੇਖਦੇ ਨੇ। ਉਹ ਦੇਖਦੇ ਨੇ ਬ੍ਰਹਮ ਵੇਖਿਆ, ਬ੍ਰਹਮ ਸੁਣੀਏ, ਬ੍ਰਹਮ ਨਜ਼ਰੀ ਆਇਆ। ਇਹਦੇ ਵਿੱਚ ਵਾਹਿਗੁਰੂ ਦੀ ਅੰਸ਼ ਹੈ, ਇਹਦੇ 'ਚ ਵਾਹਿਗੁਰੂ ਦੀ ਅੰਸ਼ ਹੈ, ਇਹਦੇ ਵਿੱਚ ਵਾਹਿਗੁਰੂ ਅੰਸ਼ ਹੈ। ਉਹ ਸਾਰਿਆਂ ਦੇ ਵਿੱਚ ਸਾਧ ਸੰਗਤ ਉਹ ਪਰਮੇਸ਼ਰ ਦੀ ਜੋਤ ਹੀ ਦੇਖਦੇ ਹਨ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚੰਨ, ਸਭ ਮੈਂ ਚਾਨਣ ਹੋਏ। ਗੁਰੂ ਕੀ ਸੰਗਤ ਦੁਆਪਰ ਯੁੱਗ ਦਾ ਸਮਾਂ, ਕ੍ਰਿਸ਼ਨ ਮਹਾਰਾਜ ਜਿਨ੍ਹਾਂ ਨੂੰ 16 ਕਲਾ ਵਿਸ਼ਨੂੰ ਦਾ ਅਵਤਾਰ ਮੰਨਿਆ। ਅੱਜ ਕੱਲ੍ਹ ਐਵੇਂ ਨਿੰਦਾ ਤੇ ਲੱਕ ਬੰਨਿਆ ਹੋਇਆ ਸੀ। ਇੱਕ ਵਾਰੀ ਕਹਿ ਦੇ ਵਾਹਿਗੁਰੂ। ਕਿਤੇ ਮਾਫ ਕਰਨਾ ਗੁਰੂ ਕੀ ਸੰਗਤ ਅਵਤਾਰਾਂ ਨੂੰ ਗਾਲਾਂ ਕੱਢਦੇ ਹਾਂ, ਕਦੇ ਕਿਸੇ ਨੂੰ ਗਾਲਾਂ ਕੱਢਦੇ ਹਾਂ, ਕਦੇ ਕਿਸੇ ਨੂੰ, ਕਦੇ ਕਿਸੇ ਨੂੰ। ਹਿੰਦੂ ਮਤ ਦੇ ਲੋਕ ਜੀ ਬੜੇ ਮਾੜੇ ਨੇ ਜੀ, ਜੇ ਹੈ ਜੀ ਉਹ ਹੈ। ਮਾਫ ਕਰਨਾ, ਜੇਕਰ ਅਸੀਂ ਵਿਚਾਰ ਕਰਕੇ ਵੇਖੀਏ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ 5 ਹਿੰਦੂ ਪੰਡਤ ਭਗਤਾਂ ਦੀ ਬਾਣੀ ਦਰਜ ਹੈ, ਬ੍ਰਾਹਮਣ ਭਗਤਾਂ ਦੀ ਬਾਣੀ। ਔਰ ਸਾਧ ਸੰਗਤ ਜੀ ਫਿਰ ਗੁਰੂ ਗ੍ਰੰਥ ਸਾਹਿਬ ਦੱਸਿਆ, ਧੰਨ ਧੰਨ ਤੂੰ ਮਾਤਾ ਦੇਵਕੀ। ਸਾਰੇ ਪੜ੍ਹੋ, ਧੰਨ ਧੰਨ ਤੂੰ ਮਾਤਾ ਦੇਵਕੀ ਜੇ ਗ੍ਰਹਿ ਆਏ ਸ਼੍ਰੀ ਕਮਲਾਪਤੀ। ਗ੍ਰਹਿ ਕਹਿੰਦੇ ਨੇ ਘਰ ਨੂੰ। ਮੁੱਖ ਦੀ ਗੱਲ ਕੀ ਕਹਿੰਦੇ, ਜਿਹਦੇ ਗ੍ਰਹਿ ਵਿਖੇ ਕਮਲਾਪਤੀ ਕ੍ਰਿਸ਼ਨ ਭਗਵਾਨ ਦਾ ਜਨਮ ਹੋਇਆ। ਹੁਣ ਗੁਰੂ ਕੀ ਸੰਗਤ ਗੁਰਬਾਣੀ ਤਾਂ ਵਡਿਆਈ ਕਰਦੀ, ਅਸੀਂ ਨਿੰਦਾ ਕਰਦੇ ਹਾਂ। ਆਪ ਪੜ੍ਹ ਕੇ ਦੇਖੋ, ਮਾਫ ਕਰਨਾ ਗੁਰੂ ਕੀ ਸੰਗਤ ਬਿਦਰ ਜੀ ਦਾ ਜੀਵਨ। ਉਸ ਸਮੇਂ ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹ। ਇਹ ਸਾਨੂੰ ਭੁੱਲ ਜਾਣਾ ਚਾਹੀਦਾ ਕਿ ਜਿਹੜੇ ਸਤਿਪੁਰਸ਼ ਨੇ, ਮਹਾਂਪੁਰਸ਼ ਨੇ, ਬੜਾ ਫਰਕ ਹੈ ਜ਼ਮੀਨ ਅਸਮਾਨ ਦੇ ਵਿੱਚ। ਜਿਹੜੇ ਮਹਾਂਪੁਰਖ ਧੁਰੋਂ ਆਉਂਦੇ ਨੇ, ਅਮਨੀ ਸਿੰਘ ਹੋਰੀ ਬੈਠੇ ਨੇ, ਸਾਰੇ ਜਥੇ ਵਾਲੇ ਵੀ ਬੈਠੇ ਨੇ, ਕਿਤੇ ਗੱਲ ਚੱਲਦੀ ਹੈ। ਦਾਸ ਨੂੰ ਕਹਿੰਦਾ ਤੁਸੀਂ ਨਾਮ ਜਪਿਆ ਕਰੋ, ਭਜਨ ਕਰਿਆ ਕਰੋ। ਇਹ ਕੋਈ ਵਡਿਆਈ ਦੀ ਗੱਲ ਨਹੀਂ, ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਅਸੀਂ ਕਹਿ ਰਹੇ ਹਾਂ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਮਣੀ ਸਿੰਘ ਜਾਣ ਤੋਂ ਬਾਅਦ ਇਹ ਗੱਲਾਂ ਨਹੀਂ ਰਹਿਣੀਆਂ। ਇੱਕ ਵਾਰੀ ਕਹਿ ਦੇ ਬਾਹਰ, ਇਹ ਠੀਕ ਹੈ ਕਿ ਕਰ ਚੱਲੇ ਹਾਂ, ਕਿ ਤੁਹਾਡੇ ਵੀ ਕੰਮ ਚੱਲਦੇ ਰਹਿਣਗੇ, ਸੰਗਤ ਦਾ ਇੱਥੇ ਆਇਆ ਕਰੇਗੀ, ਲੰਗਰ ਲੱਗਦੇ ਰਹਿਣਗੇ, ਨਿਸ਼ਾਨ ਸਾਹਿਬ ਝੂਲਦੇ ਰਹਿਣਗੇ, ਦੀਵਾਨ ਸਜਦੇ ਰਹਿਣਗੇ, ਕੀਰਤਨ ਹੁੰਦੇ ਰਹਿਣਗੇ। ਜਿਹੜੇ ਮਹਾਂਪੁਰਖ ਨੇ, ਸਤਿਪੁਰਸ਼ ਬ੍ਰਹਮ ਗਿਆਨੀ ਤੱਤਵੇ ਤੇ ਜਿਨ੍ਹਾਂ ਦੀਆਂ ਡਿਊਟੀਆਂ ਦਰਗਾਹ ਦੇ ਵਿੱਚੋਂ ਲੱਗੀਆਂ ਨੇ, ਇੱਕ ਵਾਰੀ ਕਹਿ ਦੇ ਵਾਹਿਗੁਰੂ। ਉਹ ਨਾ ਜਨਮ ਵਿੱਚ ਆਉਂਦੇ ਨੇ, ਨਾ ਮਰਨ ਵਿੱਚ ਆਉਂਦੇ ਨੇ। ਜਨਮ ਮਰਨ ਦੂਹ ਮੈਂ ਨਾ ਹੀ ਜਨ ਪਰ ਉਪਕਾਰੀ ਆਏ। ਉਹ ਰੱਬੀ ਤਾਕਤਾਂ ਨੂੰ, ਰੱਬੀ ਬਖਸ਼ਿਸ਼ਾਂ ਨੂੰ, ਰੱਬੀ ਮਾਫ ਕਰਨਾ ਗੁਰੂ ਕੀ ਸੰਗਤ ਸ਼ਕਤੀਆਂ ਨੂੰ ਨਾਲ ਲੈ ਕੇ ਆਉਂਦੇ ਨੇ ਤੇ ਨਾਲ ਲੈ ਕੇ ਹੀ ਚਲੇ ਜਾਂਦੇ ਹਨ। ਜਿਵੇਂ ਸੂਰਜ ਦੇ ਨਿਕਲਣ ਨਾਲ ਬ੍ਰਹਮੰਡ ਦੇ ਵਿੱਚ ਚਾਨਣ ਹੋ ਜਾਂਦਾ, ਰੋਸ਼ਨੀ ਹੋ ਜਾਂਦੀ ਹੈ, ਅੰਧੇਰਾ ਚੱਕਿਆ ਜਾਂਦਾ।
ਜਦੋਂ ਸੂਰਜ ਛਿਪਦਾ ਤੇ ਫਿਰ ਰੋਸ਼ਨੀ ਕਿੱਥੇ ਜਾਂਦੀ ਹੈ। ਇसी ਤਰ੍ਹਾਂ ਗੁਰੂ ਕੀ ਸੰਗਤ ਸਤਿਪੁਰਸ਼ ਦੁਨੀਆ 'ਚ ਰਹਿੰਦੇ ਨੇ। ਰੱਬੀ ਅਵਤਾਰ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਰਾੜੇ ਵਾਲੇ, ਮਾਫ ਕਰਨਾ ਗੁਰੂ ਕੀ ਸੰਗਤ ਕਿਸੇ ਸਮੇਂ ਗੱਲ ਚਲੀ ਰਾੜਾ ਸਾਹਿਬ 'ਚ, ਸਿੰਘ ਕਹਿਣਗੇ ਬਾਬਾ ਜੀ ਫਲਾਣੇ ਸੰਤ ਨੇ ਇਹੋ ਜਿਹਾ ਗੁਰੂ ਘਰ ਬਣਾਇਆ, ਕਿਸੇ ਨੇ ਕਿਹਾ ਇਹੋ ਜਿਹਾ ਬਣਾਇਆ, ਕਿਸੇ ਨੇ ਕਿਹਾ ਇਹੋ ਜਿਹਾ ਬਣਾਇਆ। ਸੰਤ ਜੀ ਛੋਟੀ ਜਿਹੀ ਹਾਸੀ ਹੱਸਦੇ ਕਹਿਣ ਲੱਗੇ ਮਾਫ ਕਰਨਾ ਸਿੰਘ ਬੈਠੇ ਜੀ ਬਾਬਾ ਜੀ ਚਰਨਾਂ 'ਚ। ਸੰਤ ਬਾਰੇ ਕਹਿੰਦੇ ਅਸੀਂ ਤਾਂ ਸੋਨੇ ਦਾ ਬਣਾ ਦਈਏ ਜੇ ਅਸੀਂ ਚਾਹੀਏ ਤਾਂ, ਪਰ ਸਾਡਾ ਫੁਰਨਾ ਹੀ ਨਹੀਂ ਹੈ ਕੋਈ। ਇੱਕ ਵਾਰੀ ਕਹਿ ਦੇ ਕਹਿੰਦਾ ਜੇ ਅਸੀਂ ਚਾਹੀਏ ਤਾਂ ਸੋਨੇ ਦਾ ਦਰਬਾਰ ਸਾਹਿਬ ਬਣਾ ਦਈਏ, ਤੁਸੀਂ ਸੰਭਾਲ ਲਓਗੇ। ਇੱਕ ਵਾਰੀ ਕਹਿ ਦੇ ਵੈਰੂ ਕਮਾਈ ਕਰਨੀ ਕੋਈ ਔਖੀ ਨਹੀਂ, ਕਮਾਈ ਸੰਭਾਲਣੀ ਬੜੀ ਔਖੀ ਹੈ ਗੁਰੂ ਕੀ ਸੰਗਤ। ਖੈਰ ਕ੍ਰਿਸ਼ਨ ਮਹਾਰਾਜ ਗੁਰੂ ਕੀ ਸੰਗਤ ਆਪ ਜੀ ਦੇ ਚਰਨਾਂ ਵਿੱਚ ਕ੍ਰਿਸ਼ਨ ਭਗਵਾਨ ਨੇ ਧਰਮ ਵਿੱਚ ਯੁਧਿਸ਼ਟਰ ਸਾਧ ਸੰਗਤ ਇਸ ਨੂੰ ਆਖਿਆ ਜਾਓ, ਜੋ ਬੜੇ ਧਰਮਾਤਮਾ ਤੇ ਕਹਿਣ ਲੱਗੇ ਜਾਓ ਯੁਧਿਸ਼ਟਰ ਦੁਨੀਆ ਦੇ ਵਿੱਚੋਂ ਕੋਈ ਬੁਰਾ ਬੰਦਾ ਲੈ ਕੇ ਆਓ। ਦੂਜੇ ਨੰਬਰ ਤੇ ਦੁਰਯੋਧਨ ਨੂੰ ਕਿਹਾ ਜੋ ਬੜਾ ਦੁਸ਼ਟ ਸੁਭਾਅ ਸੀ, ਆਖਿਆ ਜਾਓ ਦੁਨੀਆ ਦੇ ਵਿੱਚੋਂ ਕੋਈ ਚੰਗਾ ਬੰਦਾ ਲੈ ਕੇ ਆਓ। ਉਹ ਸਾਧ ਸੰਗਤ ਦੋਵੇਂ ਤੁਰ ਪੈਂਦੇ ਨੇ। ਦੁਰਯੋਧਨ ਤੁਰਿਆ ਜਾਂਦਾ, ਜਿਹੜਾ ਬੰਦਾ ਦੂਜੇ ਦੀਆਂ ਕਮੀਆਂ ਦੇਖਦਾ ਨਾ, ਇੱਕ ਵਾਰੀ ਕਹਿ ਦੇ ਵੈਰੂ, ਉਹਦਾ ਜੀਵਨ ਢਹਿੰਦੀ ਕਲਾ 'ਚ ਜਾਂਦਾ। ਜਿਹੜਾ ਦੂਜੇ ਦੀਆਂ ਕਮੀਆਂ ਦੇਖਦਾ, ਆਪਣੇ ਗੁਣ ਦੇਖਦਾ, ਮੇਰੇ ਵਰਗਾ ਕੋਈ ਨਹੀਂ, ਉਹਦਾ ਜੀਵਨ ਜਾਂਦਾ ਢਹਿੰਦੀ ਕਲਾ 'ਚ। ਜਿਹੜਾ ਦੂਜੇ ਦੇ ਗੁਣ ਦੇਖਦਾ, ਇੱਕ ਵਾਰੀ ਕਹਿ ਦੇ ਵੈਰੂ, ਦੂਜੇ ਦੇ ਗੁਣ ਦੇਖਦਾ, ਆਪਣੀਆਂ ਕਮੀਆਂ ਦੇਖਦਾ, ਉਹਦਾ ਜੀਵਨ ਚੜ੍ਹਦੀ ਕਲਾ 'ਚ ਜਾਇਆ ਕਰਦਾ ਹੈ। ਤਦੇ ਬਾਬੇ ਗੁਰੂ ਬਾਬੇ ਨੇ ਆਖਿਆ ਮੰਦਾ ਜਾਣੇ ਆਪ ਕੋ, ਸਾਰੇ ਪੜ੍ਹੋ ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਕਬੀਰ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਅੱਜ ਵੇਖ ਲਓ ਕੀ ਹੋ ਰਿਹਾ ਗੁਰੂ ਘਰਾਂ ਵਿੱਚ। ਉਹ ਤੂੰ ਇਹੋ ਆ, ਤੂੰ ਇਹ ਹੈ, ਤੂੰ ਉਹ ਹੈ, ਤੂੰ ਦੁੱਕੀ ਦਾ ਬੰਦਾ, ਤੂੰ ਵੱਡਾ ਚੌਧਰੀ ਬਣਿਆ ਫਿਰਦਾ, ਇਹ ਸਿੱਖੀ ਥੋੜ੍ਹੀ ਹੈ। ਗੁਰੂ ਕੀ ਸੰਗ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਮਤ ਨਾਨਕ ਤਾਰੇ ਸੋਏ। ਪੜ੍ਹਦੇ ਸੀ ਰੋਜ਼ ਆ, ਇੱਕ ਵਾਰੀ ਕਹਿ ਦੇ ਵੈਰ, ਪੜ੍ਹਦੇ ਦੀ ਸੁਰ ਰੋਜ਼ ਆ, ਪਰ ਅਮਲ ਰੋਜ਼ ਨਹੀਂ ਕਰਦੇ। ਗੁਰੂ ਬਾਬਾ ਜੀ ਫਰਮਾਉਂਦੇ ਨੇ ਮਾਫ ਕਰਨਾ ਗੁਰੂ ਕੀ ਸੰਗਤ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਉਹ ਦੋਨਾਂ ਨੂੰ ਆਖਿਆ ਜੋ ਅੱਖਾਂ ਹੁਣ ਦੋਨਾਂ ਦੇ ਕੋਲ ਹੀ ਨੇ। ਦੁਰਯੋਧਨ ਤੁਰਿਆ ਜਾਂਦਾ, ਇਹ ਵੀ ਬੁਰਾ, ਇਹ ਵੀ ਬੁਰਾ, ਇਹ ਵੀ ਬੁਰਾ, ਇਹ ਵੀ ਬੁਰਾ। ਧਰਮਵੀ ਯੁਧਿਸ਼ਟਰ ਉਹ ਤੁਰੇ ਜਾਂਦੇ ਨੇ, ਇਹ ਵੀ ਚੰਗਾ, ਇਹ ਵੀ ਚੰਗਾ, ਇਹ ਵੀ ਚੰਗਾ, ਇਹ ਵੀ ਚੰਗਾ, ਇਹ ਵੀ ਚੰਗਾ। ਅੱਖਾਂ ਵੀ ਦੋਨਾਂ ਕੋਲ ਨੇ, ਦੋਹਾਂ ਦੇ ਕੋਲ ਅੱਖਾਂ ਵੀ ਨੇ। ਮੁੱਕ ਦੀ ਗੱਲ ਕਿ ਦੋਵੇਂ ਫਿਰ ਕੇ ਆ ਗਏ। ਕ੍ਰਿਸ਼ਨ ਮਹਾਰਾਜ ਦੇ ਚਰਨਾਂ 'ਚ ਪੁੱਜੇ। ਭਗਵਾਨ ਨੇ ਪੁੱਛਿਆ ਪ੍ਰੇਮੀਓ ਤੁਹਾਨੂੰ ਕੁਛ ਕਿਹਾ ਸੀ? ਧਰਮਵੀ ਯੁਧਿਸ਼ਟਰ ਨੂੰ ਕਿਹਾ ਸੀ ਕੋਈ ਚੰਗੇ, ਕੋਈ ਤੁਹਾਨੂੰ ਕਿਹਾ ਸੀ ਕਿ ਕੋਈ ਦੁਨੀਆ ਨੂੰ ਚੰਗਾ ਬੰਦਾ ਲੈ ਕੇ ਆਓ। ਧਰਮਵੀ ਯੁਧਿਸ਼ਟਰ ਨੂੰ ਵੀ ਕਿਹਾ। ਉਹ ਹੁਣ ਜਿਹੜਾ ਦੁਰਯੋਧਨ ਕਹਿੰਦਾ ਜੀ ਮੈਨੂੰ ਕੋਈ ਚੰਗਾ ਦੁਨੀਆ 'ਚ ਮਿਲਿਆ ਹੀ ਨਹੀਂ। ਉਹਨੂੰ ਚੰਗਾ ਕਿਉਂ ਨਹੀਂ ਮਿਲਿਆ? ਕਿਉਂਕਿ ਉਹ ਆਪ ਚੰਗਾ ਨਹੀਂ ਸੀ। ਵੀ ਮੈਨੂੰ ਤਾਂ ਚੰਗਾ ਦੁਨੀਆ 'ਚ ਕੋਈ ਮਿਲਿਆ ਹੀ ਨਹੀਂ। ਧਰਮਵੀ ਯੁਧਿਸ਼ਟਰ ਨੂੰ ਪੁੱਛਿਆ ਕਿ ਵੀ ਯੁਧਿਸ਼ਟਰ ਤੈਨੂੰ ਕਿਹਾ ਸੀ ਦੁਨੀਆ ਦੇ ਵਿੱਚ ਕੋਈ ਮਾਫ ਕਰਨਾ ਗੁਰੂ ਕੀ ਸੰਗਤ, ਤੈਨੂੰ ਇਹੀ ਗੱਲ ਕਹੀ ਸੀ ਕੋਈ ਮਾਫ ਕਰਨਾ ਗੁਰੂ ਕੀ ਸੰਗਤ ਦੁਨੀਆ ਦੇ ਵਿੱਚੋਂ ਕੋਈ ਬੁਰਾ ਬੰਦਾ ਲੈ ਕੇ ਆ। ਕਹਿੰਦਾ ਮਹਾਰਾਜ ਜੀ ਮੈਂ ਤੁਰਿਆ, ਮੈਂ ਬੜੀ ਕੋਸ਼ਿਸ਼ ਕੀਤੀ ਕਿ ਮੈਨੂੰ ਕੋਈ ਬੁਰਾ ਬੰਦਾ ਮਿਲੇ। ਆਖਿਆ ਮੈਨੂੰ ਬੁਰਾ ਕੋਈ ਮਿਲਿਆ ਹੀ ਨਹੀਂ। ਮੈਂ ਜਿੱਥੇ ਗਿਆ ਵੀ ਆ ਵੀ ਚੰਗਾ, ਆ ਵੀ ਚੰਗਾ, ਆ ਵੀ ਚੰਗਾ, ਆ ਵੀ ਚੰਗਾ, ਆ ਵੀ ਚੰਗਾ। ਉਸ ਮੌਕੇ ਗੁਰੂ ਕੀ ਸੰਗਤ ਕਬੀਰ ਸਾਹਿਬ ਦਾ ਸਲੋਕ ਆਉਂਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਨਹੀਂ ਰਮੈਣੀ ਗ੍ਰੰਥ ਇੱਕ ਸਲੋਕ ਆਉਂਦਾ, ਕਬੀਰ ਸਭ ਤੇ ਹਮ ਬੁਰੇ। ਸਾਰੇ ਪੜ੍ਹੋ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਠਾ ਮਾਰਾ ਸੋਏ। ਖੈਰ ਗੁਰੂ ਕੀ ਸੰਗਤ ਵਿਚਾਰ ਤੇ ਚੱਲੀ ਸੀ ਹੋਰ ਪਾਸੇ ਨੂੰ, ਪਰ ਆਪਾਂ ਗੁਰੂ ਕੀ ਸੰਗਤ ਆਨੰਦ ਹੀ ਲੈਣਾ। ਪੰਜਵੇਂ ਪਾਤਸ਼ਾਹ ਦੇ ਸਮੇਂ ਇੱਕ ਸਿੱਖ ਹੋਇਆ ਸਿੱਖਾਂ ਦੀ ਦ੍ਰਿਸ਼ਟੀ ਇਹੋ ਜਿਹੀ ਹੁੰਦੀ ਹੈ। ਕਲਗੀਧਰ ਪਾਤਸ਼ਾਹ ਫਰਮਾਉਂਦੇ ਨੇ
कहते सुध जब ते हम भई हम धरी, सारे पढ़ो, सुध जब ते हम धरी बचन गुरदे हमारे। मेरे पिता गुरु तेग बहादुर जी ने मैनू ये वचन निश्चय कराए सी, एक गल पक्की करवाई सी, किहड़ी? सुध जब ते हम धरी बचन गुरदे हमारे, पूत यह प्रण तो है। सारे पढ़ो, पूत यह प्रण तो है, जब लग कट माफ करना प्राण थारे। जदों तक तेरे माफ करना गुरु की संग शरीर दे विच सवास ने, उदों तक इस बचन ते पहरा देने नूं पक्का करके मनना। किहड़ा? कहते निज नारी की, निज नारी के संग निहो तुम खूब बढ़ाइयो। अपनी औरत दे नाल वध तों वध प्यार करना, प्यार वधाउणा। निज नारी के संग निहो तुम खूब बढ़ाइयो, पर नारी की सेज भूल सुपने हो ना जाइयो। पराई औरत दी संगत करनी की है, उहदा तू सुपने दे विच भी उहदा सत्संग जी ध्यान नहीं रखना, ध्यान नहीं करना। जिवें गुरु की संगत विचार चली सी 7वें पातशाह दा समा, एक सिख ने बेनती की, महाराज कहंदे ने आपां रोज़ पढ़दे हैं, मारिया सिक्का जगत विच नानक निर्मल पंथ चलाया। वो निर्मल पंथ किहो जिहा होवेगा, वो खालसा राज किहो जिहा होवेगा, माफ करना उदों सिख किहो जिहे होणगे। गुरु हरगोबिंद समा 7वें पातशाह, हुण झाती मारो वेयर वी आर स्टैंड। महाराज लगे कहन लगे, सिखा एक सिख ना तीसरे पातशाह के समय सिख होया, एक तीसरे पातशाह के समय च वो सिख हर सिख नूं ना गुरु का रूप जान के सेवा करया करता सी। सिख दे घर च गरीबी बड़ी सी, कच्चा कोठा, कच्चा मकान, किरतिया सिख सी, धर्म की किरत करदा, नाम जपदा, वंड के छकदा। मार लगेगा सिखा एक समा आया, वो सिख दे घरे ना एक गुरु का सिख चला गया। सर्दी दी रुत है, सिख घर नहीं। अब पढ़ देना कोई सौखी गल नहीं। इट इज नॉट डिफिकल्ट बट टू डिफिकल्ट इज दैट कि किसी गल नूं, किसी बचन नूं धारण कर लेना। एक बारी कह दे वैरू, एक बारी फिर कह दे वैरू, एक बारी फिर कह दे वैरू। बाणी हुण पाठी सिंह भी पढ़ते हैं, बाणी महापुरख भी पढ़ते हैं, बाणी कीर्तन करने वाले भी पढ़ते हैं। एक बारी कह दे वैरू। बाणी सासंग बड़िया बड़िया कथा विचारा करने वाले पढ़ते हैं। किसी ने सवाल कर दिता कि बाबा जी बाणी महापुरख पढ़ते हैं, महापुरखों की चढ़ती कला क्यों है इन्नी निंदा होने के बावजूद भी? पाठी सिंह पाठ की ड्यूटी लाउंदा, उन्होंने पता कि मैनू तीजे दिन ना अखंड पाठ साहब के भोग तो बाद ना आई डोंट नो इत्थे की हिसाब किताब है कि मैनू ना अखंड पाठ के भोग तो बाद ना मैनू ना 500 रुपया मिल जाना, 700 रुपया मिल जाना। ਉਹਦੇ दिमाग 'ਚ 700 रुपया बैठा। एक बारी कह दे वैरू। कीर्तनिया कीर्तन करता, उन्होंने पता भी मैं कीर्तन कर रहा बई मैनू इन्ना पैसे ना कीते मैनू मिल जाना। कथाबाज कथा करता हो, माफ करना उन्होंने चाह है कि इन्ना क पैसा मैनू मेरा हो जाना कीर्तन करके। पर जेड़े महापुरख ने बाणी पातशाह फरमाउंदे ने, जिन्ना नाम सुहागणी, जिन्ना नाम सुहागणी पतिवर्ता औरत, जिहड़ी पतिवर्ता औरत की गल कर रहे हैं, वो पराए मर्द की झाग नहीं रखती। जिन्ना नाम सुहागणी, माफ करना तिन्ना झाग ना होर, उन्होंने किसी होर की झाग नहीं होया करती। गुरु की संगत सतपुरुष जिहड़े बाणी पढ़ते हैं, वो बाणी पढ़ते हैं कि सानू गुरु की खुशी मिल जाए। सत्संग जी एक बारी कह दे बाहर, वो निष्काम होकर बाणी पढ़ते हैं, उन्होंने कोई इच्छा ही नहीं, कोई फुरना नहीं, कोई चाहना नहीं। इहो जिहा कमाई वाला सिख सी जिहदे घरे अज एक सिख गया। आप घर नहीं रोज़ पढ़ते ने, देख पराइयां चंगियां मावां भैणां धीआं करके जाने। भाई गुरदास जी ने आख्या कि जिहड़ा सिख है पराई आप तो वड्डी नूं मां, उम्र दी नूं भैण, छोटी नूं बच्ची करके जाने।
ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਕਰਕੇ ਜਾਣੇ। ਇਹ ਪੜ੍ਹਦੇ ਦਿੱਤਾ, ਪਰ ਸਤਸੰਗ ਜੀ ਪੂਰਨਾ ਪਾਉਣਾ ਇਹ ਗੁਰੂ ਕਿਰਪਾ ਕਰੇ ਤੇ ਪੂਰਨੇ ਪੈ ਸਕਦੇ ਨੇ। ਗੁਰੂ ਕੀ ਸੰਗਤ ਇਧਰ ਜਰਾ ਧਿਆਨ ਦੇਣਾ ਪਵੇਗਾ। ਸਾਧ ਸੰਗਤ ਜੀ, ਔਰਤ ਜਿਹੜੀ ਕਿ ਪਤੀ ਦੀ ਝਾਕ ਤੋਂ ਬਗੈਰ ਦੂਜੇ ਦੀ ਝਾਕ ਰੱਖਦੀ ਉਹ ਔਰਤ ਹੀ ਨਹੀਂ। ਔਰ ਜਿਹੜਾ ਮਰਦ ਆਪਣੀ ਔਰਤ ਨੂੰ ਛੱਡ ਕੇ ਮਾਫ ਕਰਨਾ ਹੋਰ ਥਾਂ ਜਾਂਦਾ ਉਹ ਮਰਦ ਹੀ ਨਹੀਂ। ਪੁਰਾਣੇ ਸਮਿਆਂ ਦੇ ਵਿੱਚ ਲੋਕੀ ਕਹਿੰਦੇ ਸਨ ਕਿ ਘਰ-ਬਾਰ ਛੱਡ ਦਿੱਤਾ ਤੇ ਇਹ ਕਹਿੰਦੇ ਨੇ ਜਤੀ ਹੋ ਗਿਆ। ਮਹਾਰਾਜ ਕਹਿੰਦੇ ਤੂੰ ਗ੍ਰਸਥ ਜੀਵਨ ਵਿੱਚ ਵੀ ਜਤੀ ਰਹਿ ਸਕਦਾ। ਇੱਕ ਵਾਰੀ ਕਹਿ ਦੇ ਵਾਹਿਗੁਰੂ, ਇੱਕ ਵਾਰੀ ਫੇਰ ਕਹਿ ਦੇ ਵਾਹਿਗੁਰੂ, ਇੱਕ ਵਾਰੀ ਫੇਰ ਕਹਿ ਦੇ ਵਾਹਿਗੁਰੂ। ਮਹਾਰਾਜ ਕਹਿੰਦੇ ਨੇ ਏਕਾ ਨਾਰੀ ਜਤੀ ਹੋਏ। ਸਾਰੇ ਪੜੋ, ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣਾ। ਉਹ ਸਿੱਖ ਜਿਹੜਾ ਆਪਣੀ ਔਰਤ ਦੇ ਸੱਤ ਤੇ ਖੜਾ ਮਾਫ ਕਰਨਾ ਉਹ ਜਤੀ ਹੈ। ਜਿਹੜਾ ਪਰਾਈਆਂ ਧੀਆਂ ਭੈਣ ਨੂੰ ਪਰ ਨਾਰੀ ਧੀ ਭੈਣ ਵਖਾਣਾ, ਧੀ ਜਾਣੇ ਭੈਣ ਕਰਕੇ ਜਾਣੇ। ਸਿੱਖ ਦੇ ਘਰ ਵਾਲੇ ਨੂੰ ਚਾਅ ਚੜ ਗਿਆ ਕਿ ਸਾਡੇ ਘਰ ਗੁਰਸਿੱਖ ਆਇਆ ਜੀ, ਪਤੀ ਕਰਨੀ ਹੈ। ਗੁਰੂ ਹਰ ਰਾਏ ਸਭ ਦੱਸਦੇ ਨੇ ਪੈ ਕਿ ਸਿੱਖੋ ਇਹੋ ਜਿਹੇ ਸਿੱਖ ਹੋਣਗੇ। ਉਹਨੂੰ ਇੱਕ ਵਾਰੀ ਕਹਿ ਦੇ ਵਾਹਿਗੁਰੂ। ਸੋ ਮੈਨੀ ਟਾਈਮ ਲੋਕੀ ਮੈਨੂੰ ਕੁਐਸਚਨ ਪੁੱਟ ਕਰਦੇ ਨੇ ਖਾਲਸਾ ਰਾਜ ਕਦੋਂ ਆਵੇਗਾ। ਮੈਂ ਕਿਹਾ ਖਾਲਸਾ ਰਾਜ ਦੀਆਂ ਗੱਲਾਂ ਕਰਦੇ ਹੋ ਜੀ, ਤੇ ਅਜੇ ਤਾਂ ਅਸੀਂ ਗੁਰਦੁਆਰੇ ਨੂੰ ਚਲਾਉਣ ਵਾਲੇ ਸਿੱਖ ਨਹੀਂ ਪੈਦਾ ਕਰ ਸਕੇ। ਕਹਿੰਦੇ ਵਾਹਿਗੁਰੂ, ਅਜੇ ਤੱਕ ਤਾਂ ਗੁਰੂ ਘਰਾਂ ਨੂੰ ਚਲਾਉਣ ਵਾਲੇ ਸਿੱਖ ਨਹੀਂ ਪੈਦਾ ਕਰ ਸਕੇ। ਜੇ ਸਾਡੀਆਂ ਪੱਗਾਂ ਲੈਂਦੀਆਂ ਨੇ ਤੇ ਗੁਰਦੁਆਰਿਆਂ 'ਚ ਜੇ ਅਸੀਂ ਜੁੱਤੀਆਂ ਲੈ ਕੇ ਵੜਦੇ ਹਾਂ, ਜੇ ਪੁਲਿਸ ਆਉਂਦੀ ਹੈ ਇਹਨਾਂ ਕੰਟਰੀਆਂ ਦੇ ਵਿੱਚ ਤੇ ਗੁਰਦੁਆਰਿਆਂ 'ਚ, ਪਰ ਮਾਫ ਕਰਨਾ ਗੁਰੂ ਕੀ ਸੰਗਤ ਕਦੇ ਸਿੱਖ ਗੁਰੂ ਨਾਲ ਜੁੜਦੇ ਸਨ। ਅੱਜ ਤਾਂ ਆਪਾਂ ਜੁੜ ਗਏ ਗੋਲਕ ਦੇ ਨਾਲ, ਪਰ ਗੁਰੂ ਕੀ ਸੰਗਤ ਸਿੱਖ ਦੇ ਘਰ ਵਾਲੀ ਨੂੰ ਚਾਅ ਚੜ ਗਿਆ ਮੇਰੇ ਸਾਡੇ ਘਰੇ ਗੁਰਸਿੱਖ ਆਇਆ। ਉਹਨੇ ਆਖਿਆ ਭੈਣੇ ਪ੍ਰਸ਼ਾਦਾ ਵੀ ਛਕਣਾ, ਰਾਤ ਵੀ ਕੱਟਣੀ ਹੈ। ਉਹਨੇ ਕਿਹਾ ਵੀਰ ਜੀ, ਭਾਈ ਸਾਹਿਬ ਜੀ, ਸਿੰਘ ਸਾਹਿਬ ਜੀ, ਇਹ ਗੁਰੂ ਦਾ ਘਰ ਹੈ। ਗੁਰੂ ਦਾ ਘਰ, ਹਰ ਸਿੱਖ ਦਾ ਘਰ ਗੁਰੂ ਦਾ ਘਰ ਹੁੰਦਾ। ਇੱਕ ਵਾਰੀ ਕਹਿ ਦੇ ਵਾਹਿਗੁਰੂ। ਇੱਥੇ ਨਾ ਕੁਝ ਮੇਰਾ ਤੇ ਨਾ ਕੁਝ ਤੁਹਾਡਾ। ਮੁੱਕਦੀ ਗੱਲ ਕੀ ਸਾਸਨ ਰਹਿ ਰਸ ਦਾ ਸਮਾਂ ਸੀ। ਸਿੱਖ ਦੇ ਘਰ ਵਾਲੀ ਨੇ ਜਲ ਪਾਣੀ ਛਕਾਉਣ ਤੋਂ ਬਾਅਦ ਜਿਹੜਾ ਸਿੱਖ ਆਇਆ ਸੀ ਉਹਨੂੰ ਕਿਹਾ ਭਾਈ ਸਾਹਿਬ ਜੀ ਮੈਂ ਪ੍ਰਸ਼ਾਦਾ ਤਿਆਰ ਕਰਦੀ ਹਾਂ ਤੇ ਤੁਸੀਂ ਬੈਠ ਕੇ ਰਹਿ ਰਸ ਦਾ ਪਾਠ ਸੁਣਾਓ। ਸਿੱਖ ਨੇ ਰਹਿ ਰਸ ਦਾ ਪਾਠ ਕੀਤਾ। ਪਾਠ ਦੀ ਸਮਾਪਤੀ ਤੋਂ ਬਾਅਦ ਦੋਨਾਂ ਨੇ ਅਰਦਾਸ ਕੀਤੀ। ਸਿੱਖ ਦੇ ਘਰ ਵਾਲੀ ਨੇ ਪ੍ਰਸ਼ਾਦਾ ਛਕਾਇਆ ਜਿਹੜਾ ਸਿੱਖ ਘਰ ਦੇ ਵਿੱਚ ਆਇਆ ਸੀ। ਗੁਰੂ ਕੀ ਸੰਗ ਸਰਦੀਆਂ ਦੀਆਂ ਰਾਤਾਂ ਲੰਬੀਆਂ ਹੁੰਦੀਆਂ ਨੇ। ਦ੍ਰਿਸ਼ਟੀ ਪਾਤਸ਼ਾਹ ਕਹਿੰਦੇ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ। ਗੁਰੂ ਕੀ ਸੰਗਤ ਰਾਤ ਦਾ ਸਮਾਂ ਸੀ। ਸਿੱਖ ਦਾ ਕੱਚਾ ਘਰ, ਕੱਚੇ ਘਰ ਵਿੱਚ ਗਿਣਵੇਂ ਚੁਣਵੇਂ ਬਰਤਨ, ਪਰ ਬਿਸਤਰਾ ਵੀ ਇੱਕ ਸੀ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਅੱਜ ਕੱਲ੍ਹ ਦਾ ਡਬਲ ਪੱਢ ਕੇ ਫਲਾਣੇ ਵੱਢ ਆ ਗਏ। ਸਿੱਖ ਦੇ ਘਰ ਵਾਲੀ ਨੇ ਆਖਿਆ ਭਾਈ ਸਾਹਿਬ ਜੀ ਰਾਤ ਕੱਟਣੀ ਹੈ, ਸਰਦੀ ਦੀ ਰੁੱਤ ਹੈ। ਆਖਿਆ ਹਾਂ ਭੈਣੇ। ਆਖਿਆ ਰਾਤ ਕੱਟਣੀ ਹੈ, ਬਿਸਤਰਾ ਵੀ ਇੱਕ ਹੈ। ਆਖਿਆ ਫਿਰ ਕੀ ਹੋ ਗਿਆ, ਆਪਾਂ ਇੱਕ ਬਿਸਤਰੇ 'ਚ ਰਾਤ ਕੱਟ ਲਾਂਗੇ। ਸਿੱਖ ਨੇ ਆਖਿਆ ਭੈਣੇ ਬੱਚਾ ਮਾਂ ਕੋਲ ਸੁੱਤਾ ਹੋਵੇ ਕੋਈ ਸ਼ੱਕ ਨਹੀਂ, ਭੈਣ ਭਰਾ ਸੁੱਤੇ ਹੁਣ ਕੋਈ ਸ਼ੱਕ ਨਹੀਂ, ਧੀ ਪਿਓ ਸੁੱਤੇ ਹੁਣ ਕੋਈ ਸ਼ੱਕ ਨਹੀਂ। ਆਖਿਆ ਭੈਣੇ ਰਾਤੀ ਤੇ ਕੱਟਣੀ ਹੈ। ਗੁਰੂ ਕੀ ਸੰਗਤ ਸ਼ਾਮ ਦੇ ਸਮੇਂ ਇਹ ਵਿਚਾਰਾਂ ਐਵੇਂ ਨਹੀਂ ਕੀਤੀਆਂ ਜਾਂਦੀਆਂ, ਇਹ ਇਸ ਕਰਕੇ ਕੀਤੀਆਂ ਜਾਂਦੀਆਂ ਨੇ ਕਿ ਸਾਡਾ ਮਨ ਵੀ ਮਜ਼ਬੂਤ ਬਣੇ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਇੱਕ ਵਾਰੀ ਫਿਰ ਕਹਿ ਦਿਓ ਵਾਹਿਗੁਰੂ। ਕਹਿੰਦੇ ਨੇ ਗੁਰੂ ਕੀ ਸੰਗਤ ਉਹ ਸਿੱਖ ਤੇ ਜੋ ਘਰ 'ਚ ਆਇਆ ਸੀ, ਸਿੱਖ ਰਾਹੀ ਸਿੱਖ ਆਇਆ ਸੀ, ਤੇ ਉਹ ਸਿੱਖ ਜਿਹੜਾ ਘਰ ਨਹੀਂ ਸੀ, ਉਹ ਸਿੱਖ ਉਹਦੇ ਘਰ ਵਾਲੀ ਤੇ ਜਿਹੜਾ ਸਿੱਖ ਮੁਸਾਫਰ ਆਇਆ ਸੀ
वहरू वहरू करदे सो गया। अमृत वेले का टाइम हो गया। गुरु की संगत सिख ने आख्या बीबा अमृत वेले का टाइम हो गया, कोई पानी वगैरह का प्रबंध है घर विच? आख्या जी पानी तो खूह तो लिया पैंदा, पर कोई नहीं, मैं मटके पानी दे भर के रखे ने, तुसीं इशनान करो। सिख ने इशनान किया, अमृत वेला संभालिया। बचन बिलास करते करते शरीर की है जी, एक मल मूत्र गंदगी का चीथड़ है जी। सिख दे घर वाली ने प्रशादा तैयार किया, और राही सिख प्रशादा छकण तो बाद पुराने सिख दस्तार दे पल्ले विच, पग दे पल्ले ना कुछ पैसे बन के रखते सन। असी अपनी जिंदगी च देखिया, सिख ने अपनी पग दे लड़ नूं खोलिया, ਉਹਦੇ जो गुरु की संगत 1 रुपया कढ़ गया। उस माफ़ करना सिख के घर वाली के हाथ रखे, आख्या चंगा भैणे कभी समा मिलिया तो माफ़ करना गुरु की संगत, फिर तेरे दर्शन जरूर करांगे। वो चला गया। गुरु वाले सब लगे कहने इहो जे सिख होणगे, एक बारी कह दे फिर इहो जे सिख होणगे, इहो जे सिख। माफ़ करना गुरु की संगत बड़ी दूर बैठे दृष्टि है। माफ़ करना जैसी दृष्टि बन गई, गुरबाणी सानू दृष्टियां बदलने वास्ते कहती है। एक बारी कह दे वैर, जिवें गुरु की संगत साडियां अखां दे उत्ते ना विद्या दा माफ़ करना गुरु की संगत परदा छा गया। जिवें मोतियां अखां दे अगे आ जांदा, डॉक्टर दा ऑपरेशन करदा, साफ दिसना शुरू हो जाता। इधर गुरु परमेश्वर रूपी डॉक्टर सिख दियां अखां दे उत्ते जो ना माफ़ करना माया का चश्मा, अविद्या का चश्मा उतार के रख देंदे ने, कि ताकि इनू सारा संसार ही परमेश्वर का रूप नज़र आवे। एक सिख जी तीसरे पातशाह के समय होया, पंजवें पातशाह के समय होया। विचार तो किसी होर पासे नूं चली सी, पर विचार अपना मोड़ बदल गई। माफ़ करना सिख बड़ा धर्मी सी। एक बारी कह दे वैरू, घर वाले नूं क्या करता सी, भागवान आ तू गहने की करने ने? सिखां दीयां धीआं भैणां कोई गहने थोड़ियां पाउंदियां ने। आम लोकां नूं यही नहीं पता कि गहने नहीं पाउणे, तुसीं गहने पा भी सकदे हो, पर गहने किहड़े पाउणे ने? गले दे विच हार पा लो, कोई हत्थां दे उत्ते तुसीं सोने दीयां चूड़ियां पा लो, पर कन्नां दे विच ना पाओ। जो कन्नां दे विच तुसीं रुमके झुमके ठुमके बालियां पाउंदियां ना, नक च कोका ठोका ना पाओ, उदों मास नूं विन्निया जांदा। एक बारी कह दे वैरू, जदों मास नूं विन्निया जांदा ते माफ़ करना उदों कन्नां दे विच जदों सुराख करके शेक करके साध संगत जी वालियां वगैरह पाइयां जांदियां ने, गहने वगैरह पाए जांदे ने। मुकरी गल की साध संगत जी उदों कन्नां दी सुन्नत हो जाती है। एक बारी कह दे वैरू। और जिहड़े नक दे विच नूं विंधदे ने उदों नक दी सुन्नत हो जाती है। फिर साध संगत जी सुन्नत मुसलमान करते हैं, मुसलमान इंद्री दी सुन्नत करते हैं। इधर पातशाह कहते इंद्री जित पंच दोख ते रहत। सारे पढ़ो, इंद्री जित पंच दोख ते रहत, नानक कोट मदे को ऐसा अपरस। नक च नहीं इस करके नहीं पाने, नक भी नहीं जाती है, कन्ना च इस कर नहीं पाने, नक भी नहीं जाती है। उदों गुरु की संगत माफ़ करना असी गुरु की सिक्खी तो दूर हो जाने हैं। सिख ने बड़ा समझाना जी, एक काम ना करया करो। ਉਹ नहीं जी की डर है जी पति जी, कोई गल नहीं, कोई ऐसा समा नहीं, घबराने वाली कोई गल नहीं जी। सिख ने आख्या गुरु का हुक्म नहीं है। करते करते कोई गहने संभाल के रखे सन, पर सिख सी साध संगत जी जिहड़ा भी आउंदा सी उहनूं गुरु रूप जान के उहदी सेवा करया करदा सी। एक समय सर्दियां दी रुत सिख दे घरे एक चोर ना सिख का रूप धारण करके आ गया। एक बारी कह दे वैर, कई बारी माफ़ करना गुरु की संगत साढ़े कपड़े बड़े बड़े काम हो रहे हैं, सिक्खी दे बाणे दे विच ना बड़े बड़े काम हो रहे हैं। और इहो जे काम हो रहे हैं, एक मैनूं याद है किसी समय दी गल है, मेरे अखी वेखी गल है। मैं वो गल नहीं कहनी चाहता, पर विचार करनी पै जाती।
एक निहंग बाणे च ना उत्थे कोई बंदा बैठा सी बस दे विच, उदों 10 पढ़दा सी, माफ़ करना गुरु की संगत। तो नाल दा बंदा ना वो जरदा कढ़ के खान लग गया। वो जरा साध संगत जी निहंग बाणे च बैठा सी, निहंग तो है ही नहीं सी, उन्हें जरा जरदा खान लग गया ना, उहदे मूँह दे तो 2 थप्पड़ मारे। माफ़ करना बस वाले सारे इकट्ठे हो गए, 2 ड्राइवर वगैरह कंडक्टर वगैरह इकट्ठे हो गए भी ये 2 थप्पड़ क्यों मारे ने। वो करते करते खैर वो साध संगत जी हथों पाई हो गए। माफ़ करना गुरु की संगत, हथों पाई हो गए। कहते तू ये थप्पड़ क्यों मारे, चपेड़ा क्यों मारियां ने, कहता जरदा खा रहा सी। वो जो दोवें जने आपस हथों पाई हो गए लड़ पे, वो जो नकली बन के आया सी निहंग सिंह, एक बारी कह दे वैरू सिੱਖੀ ਦੇ ਬਾਣੇ 'ਚ ਅਸੀਂ ਇਹੋ ਜਿਹੇ ਕਰਮ ਕਰ ਰਹੇ ਹਾਂ कि ਜਿਹੜੇ ਅਸੀਂ ਸਿੱਖੀ ਨੂੰ ਤਬਾਹ ਲਾ ਰਹੇ ਹਾਂ। ਉਹਨੇ ਸਾਧ ਸੰਗਤ ਜੀ ਨੂੰ ਹੱਥੋਂ ਪਾਈ ਹੋ ਗਏ, ਤੇ ਉਹ ਜਿਹੜਾ ਨਕਲੀ ਨਿਹੰਗ ਸਿੰਘ ਬਣ ਕੇ ਆਇਆ ਸੀ ਕੱਪੜੇ ਪਹਿਨ ਕੇ, ਉਹਦੀ ਦਸਤਾਰ ਖੁੱਲ੍ਹ ਗਈ, ਢਹਿ ਗਈ। ਜਦੋਂ ਦਸਤਾਰ ਢਹਿ ਗਈ ਤੇ ਉਹਦੀ ਦਸਤਾਰ ਦੇ ਵਿੱਚ ਉਹਨਾਂ ਸਾਧ ਸੰਗਤ ਜੀ ਐਡੀ ਮੋਟੀ ਨਾ ਇੱਕ ਈਅਰ ਦੀ ਪੁੜੀ ਡਿੱਗ ਕੇ ਤੇ ਥੱਲੇ ਡਿੱਗ ਪਈ। वो कंडक्टर ने देखिया, संगत ने देखिया भी आ की गल, तू वो थप्पड़ मारदा सी भी तू जरदा खा रहा तो तेरी दस्तार दे विचों की निकलिया, पग दे विचों की निकलिया, तो तू ये थप्पड़ क्यों मारदा सी। ओड़ा नकली बाणा पा के ना, बाणा सिक्खी दा बैठा सी, जिहड़ा जिन्हें नाल दे माफ़ करना 2 थप्पड़ मारे भी तू जरदा क्यों खाता। तो उन्होंने कहता तू ये मारे जो तेरी अपनी पग के दस्तार ये कुछ है। कहता ये मैं तां मारे जो ये खांदा सी पिया, उदों मेरा भी दिल करता सी पिया। आ तो सिक्खी मार कहते ने गुरु की संगत भेखी सिख गुरु नूं कदे नहीं पाउंदा, सो सिख सखा भाई है, सो सिख बंदप सखा बंदप है भाई, जे गुर के पाने में आवे आपन भाने जो चलै भाई, विछड़ चोटां खावे। वो सिख है जिहड़ा गुरु नूं भावे, भाना की है जिहड़े गुरु नूं कम पाउंदे ने, वो कम करदा जिहड़ा सिख, वो गुरु दा सिख है। माफ़ करना गुरु की संगत, ओ साध संगत जी सिख नूं चाच उहदे सिख दे घरे चोरां वाले कपड़े पहन के, सिखां वाले कपड़े पहन के एक चोर आ गया। कम सीगा लख ठगियां पहनामियां रात दिन सजी नाल। जदों घर आ गया साध संगत जी, सिख नूं चा चढ़ गया भी आप भरावा आ वीरा, माफ़ करना सिख नूं सिख वेख के चाह ना चढ़े। आए मिल गुर सिख आए मिल तू मेरे गुर के प्यारे, बड़ा सत्कार किया। शाम का समा सी, प्रशादा पानी वगैरह छकिया, गुरु के संग रहन वास्ते मंजा बिस्तरा वगैरह दिता। और सत्संग जी जिहड़ा जदों रात के 2 बजे का समा होया, सिख आप जागदा सी। गुर सतगुरु का जो सिख अखाए सो भलका उठ नाम ते आवे, उद्यम करे भलके प्रभाती स्नान करे अमृतसर नाए। माफ़ करना गुरु की संगत, सिख ने आख्या वीरा अमृत वेले का समा हो गया, उठ समा संभाल ला। वो कहता जी मैं बड़ा थक्का टुटा। अगे पिंडां तो बाहर ना खूह हुंदे सन, उदों सासन ट्यूबवैल वगैरह नहीं सन आए, तो कह लगा मैं बड़ा थक्का सारा दिन का। कहता चंगा फिर तू आराम कर लै। और आराम की करना सी, चोर नूं ते नींद आया करती। वो साध संग खैर उहदे घरे ठहर गया। जदों उहदे घरे ठहर गया तो उस सिख ने अमृत वेला संभालना ही सी। वो खेत च खूह सी, इशनान करके ना उन्हें उत्थे बैठ जाना, तो उत्थे अमृत वेले का समा संभाल के आना। अजकल की है, पहली गल तो उठना ही नहीं है। जे उठ भी पवे थोड़ी ठंड लगी जी हीटर ला लो जी, जे साध संग जी लगी गर्मी तो जी वो एसी ला दो जी। पर अगे सिख क्यों जाके बाहर खेतों में जाके बैठ के अमृत वेला संभालते सन, सर्दी गर्मी सहारते सन, शरीर तगड़े होंदे सन। हुण ठंड होवे तन ते कपड़े ना होण ते कदे नींद नहीं आउंदी। एक बारी कह दे बैठ, माफ़ करना गर्मी होवे मक्खी मच्छर, मैं एक बारी कहना कि इंडिया का मक्खी मच्छर बहुत चंगा है। एक बारी कह दे बैठ, मच्छर लड़दा तो नींद आउंदी। तुसीं बोलदे नहीं, बोलदे क्यों नहीं? हाँ जी, मच्छर लड़दा होवे, कई कहते तो मक्खियां बड़ियां ने, सानूं तो मक्खियां बहुत चंगियां लगदियां ने। मैं किसी दी तां नहीं गल करदा। माफ़ करना गुरु की संगत, वो मक्खियां भी चंगियां लगदे ने, वो मच्छर भी चंगे लगदे ने। मुख दी गल की क्यों? साथ संग जब मच्छर लड़दा वो सौंदा, अगे लोग हाथ च पक्खा फड़ लेना अमृत वेले दे टाइम,
पक्का चली जाना, समाधि बैठे समझ बैठे वैरू वैरू करी जाना। एक बार कहते वैरू, हाँ जी माफ़ करना गुरु की संगत, पक्का चली जाना नाले जाप करी जाना। खैर सिखां नूं पाठ मूँह जबानी कंठ हुंदे सन, बाणी पढ़ी जानी। तो सत्संग इस करके इंडिया जिहड़ी ऋषियां मुनियां ते संतां भगतां अवतारां पीरां पैगंबरां दी धरती है। खैर गुरु की संगत वो सिख अमृत वेले खूह ते इशनान करके उत्थे सत्संग समाधि अवस्था चला जाता, बैठ जाता। इधरों चोर जिहड़ा ठहरे असी उन्हें देखे भी सिख हुण करनी है। उन्हें की कीता सत्संग जी, ਉਹਦੇ घर वाली सुती पई सी, घर वाली सिख दे घर वाली, तो माफ़ करना उठन की तैयारी सी। इधर चोर सिख ने फड़ के तिखी तेज धार वाला छुरा ਉਹਦੇ पेट के उत्ते चलाता। जो पेट दे माफ़ करना गुरु की संगत चला दिता, मरना ही सी, खून के फुहारे बह तुरे। मुकदी गल की गहने वगैरह ला के साध संगत जी वो सिख के घर वाली दे चाले पाते उन्हें। जो चाले पाते वो तुरया जाता, उधरों सूरज निकले आया। ओड़ा सिख सीगा अपना अमृत वेला संभालन तो बाद अगे तुरया आउंदा। जदों अगे तुरया आउंदा माफ़ करना गुरु की संगत, उन्हें देखा सिख घर गया सी, प्रशादा पानी नहीं छक गया, छक के आया। इत्थे गल दा ब्रेकफास्ट कह देंदे ने, इंडिया शाह वेला कह देंदे, शाह वेला। हाँ कुछ रोपड़ के इलाके की कहते बई। हाँ तो साध संगत जी वो माफ़ करना गुरु की संगत, उन्हें कही शाह वाला भी नहीं खा के गया। तो उन्हें अगे वध के रोकिया, आंदा भरावा कितने चले हैं। वो कह लगा भी माफ़ करना गुरु की संगत, बस भरावा रात कटनी सी, रात कट के चले। उन्हें ना ना मैं प्रशादा बिना शगन बगैर तो तेन जान नहीं देना, प्रशादा शगन तो बगैर तेन जान ही नहीं देना। वो कहता मैं जाना। खैर गुरु की संगत तू मैं हो गई, झूठ दे पैर नहीं होया कर दे। वो जरा झूठा बंदा सी, माफ़ करना गुरु की संगत चोर सी। वो जो आपसी तू मैं हो गई, वो हाथों ना वो गहने डिग पैंदे ने। जो गहने डिग पैंदे ने उन्हें फड़ के आख्या भरा तेरी चीज़ कोई डिग पई है, इनू संभाल लै। वो खैर उन्हें गहने फड़ाए, घर लैके गया। उन्होंने घर जाके उन्हें की वेख्या भी घर वाली मरी पई। एक बार कहता वैरू वो समझ गया। जदों तुसीं ये देखोगे ना माफ़ करना कि यह काम दा मेरे गुरु के नां ते धब्बा लगूगा, कह दे वैरू। जदों 10वें पातशाह भाई जोगे दे पुजे ने, माफ़ करना गुरु की संगत, मारे इन्हें पूछे ना कि तेरा नां की, जोगा। आख्या ना तो बड़ा सोहना बई तेरा नां जोगा, पर माफ़ करना जोगिया तू कि जोगा। आखिर महाराज मैं तुहाडे जोगा। महाराज आख्या जोगिया मेरे जोगा। आख्या हाँ महाराज जी मैं तुहाडे जोगा। गुरु साहब ने आख्या चंगा जोगिया, जे तू गुरु जोगा अज तू गुरु तेरे जोगा। पर माफ़ करना थोड़े दिन के बाद पेशावर दे रहने वाला सी। ये माँ बाप आए भाई जोगे दे कलगीधर पातशाह के चरणों च रिहा करता सी, सेवा करता सी। उन्हें कहा मारे जोगे का विआह करना तो कृपा करके इन्हों ना थोड़े जे समय वास्ते, जदों गुरु याद होंदा बंदे नूं उदों चरखड़ियां भी चंगियां लगदियां ने। एक बारी कह दे बहरू। और गुरु ने जदों गुरु याद होंदा उदों सिख ने पराया हक ते की खाना, सिख पराए हक ते थुकदा भी नहीं। खालसा जी एक बारी कह दे बहरू, क्योंकि सिख दा कर्म है किरत करके खाना, नाम जपना, वंड छकना। तो वह सत्संग जी भाई जोगा जदों घर वाले लैण वास्ते आए तो मर गया। चंगा बई तुर लगे आख्या वेखी जोगिया, एक दिन तो वचन दिता सी कि महाराज मैं तेरे जोगा। असी तेन क्या सी जे तू गुरु जोगा तो गुरु तेरे जोगा। एक बार कह गुरु तेरे जोगा। मुकली गल की पेशावर पुजना, बरात चढ़नी। इधरों गुरु की संग गुरु की कसवट्टी से केड़ा पूरा उतर जूगा। एक बारी कह दे वैरू। इधर सतगुरु पातशाह ने ना एक सिख के हाथ चिट्ठी लिख के आनंदपुर साहब नूं ते भाई जोगे दे भेज दी। आख्या ये चिट्ठी उदों देनी है, उदों जदों भाई जोगा 2 लावां लै ले ते 2 लावां लैण वालियां बाकी रह जाण, उदों माफ़ करना ये चिट्ठी भाई जोगे नूं देनी है। पर परमेश्वर नूं हौमे नहीं पाउंदी, परमेश्वर नूं हंकार नहीं पाउंदा।
ਕਹਿੰਦੇ ਨੇ ਕਿ ਇੱਧਰ ਜਦੋਂ ਭਾਈ ਜੋਗਾ ਬਰਾਹ ਚੜੀ, ਖੈਰ ਮੁੱਕਦੀ ਗੱਲ ਕੀ, ਦੂਰ ਨਾ ਜਾਈਏ। ਆਨੰਦ ਕਾਰਜ ਹੋ ਰਹੇ ਨੇ। ਜਿਹੜਾ ਸਿੱਖ ਅਨੰਦਪੁਰ ਸਾਹਿਬ ਤੋਂ ਗਿਆ ਸੀ, ਚਿੱਠੀ ਚਲਾ ਕੇ ਸਿੱਖ ਨੇ ਭਾਈ ਜੋਗੇ ਦੀ ਗੋਦੀ 'ਚ ਮਾਰੀ। ਜੋਗਿਆ ਕਲਗੀਧਰ ਦੀ ਚਿੱਠੀ ਆਈ ਹੈ, ਲੈਟਰ ਆਇਆ। ਉਹ ਚਿੱਠੀ ਕੀ ਸੀ? ਉਹ ਚਿੱਠੀ ਦਾ ਭਾਈ ਜੋਗੇ ਦੇ ਫਰੰਟ ਜਾਰੀ ਕਰ ਦਿੱਤੇ ਸਨ ਖਾਲਸਾ ਜੀ ਇੱਕ ਵਾਰੀ ਕਹਿੰਦੇ ਵਾਰੂ, ਜਿਸ ਤੇ ਲਿਖਿਆ ਸੀ ਜੇ ਬੈਠਿਆਂ ਦੇ ਉੱਠ ਪਏ, ਇੱਕ ਵਾਰੀ ਕਹਿੰਦੇ ਵਾਰੂ, ਜੇ ਬੈਠਿਆਂ ਦੇ ਉੱਠ ਪਏ, ਜੇ ਉੱਠਿਆਂ ਦੇ ਤੁਰ ਪਏ, ਜੇ ਤੁਰ ਪਏ ਤੁਰਿਆਂ ਦੇ ਆ ਜਾ। ਪਰ ਜੋਗਿਆ ਕਿਤੇ ਸੋਚਾਂ 'ਚ ਨਾ ਪੈ ਜੀ, 1 ਮਿੰਟ ਦੀ ਗੱਲ ਹੈ ਜਾਂ 2 ਮਿੰਟ ਦੀ ਗੱਲ ਹੈ, ਕਿਤੇ ਸੋਚਾਂ 'ਚ ਨਾ ਪੈ ਜੀ। ਭਾਈ ਜੋਗੇ ਨੇ ਚਿੱਠੀ ਪੜ੍ਹੀ। ਮਾਫ ਕਰਨਾ ਗੁਰੂ ਕੀ ਸੰਗਤ, ਬਚਨ ਮੰਨਣਾ ਬੜਾ ਔਖਾ। ਗੁਰੂ ਕਿਰਪਾ ਕਰੇ ਤੇ ਬਚਨ ਮੰਨਿਆ ਜਾ ਸਕਦਾ। ਇੱਕ ਵਾਰੀ ਕਹਿ ਦਿਓ ਚਿੱਠੀ ਪੜ੍ਹੀ, ਮਾਫ ਕਰਨਾ। ਆਨੰਦ ਕਾਰਜਾਂ ਤੇ ਬੈਠਾ ਸੀ, 2 ਲਾਵਾਂ ਬਾਕੀ ਰਹਿ ਗਈਆਂ ਸਨ, ਪੱਲਾ ਛਡਾ ਲਿਆ। ਉਸ ਸੱਜ ਵਿਆਹੁਣ ਯਾਰੀ ਔਰਤ ਦੇ ਹੱਥੋਂ ਸੱਸ ਨੇ ਵੇਖਿਆ, ਸਹੁਰੇ ਨੇ ਵੇਖਿਆ, ਪਿਓ ਨੇ ਦੇਖਿਆ, ਮਾਤਾ ਨੇ ਦੇਖਿਆ, ਰਿਸ਼ਤੇਦਾਰਾਂ ਵੇਖਿਆ। ਕਹਿੰਦੇ ਜੋਗਿਆ ਕੀ ਹੋ ਗਿਆ? ਜੋਗੀ ਨੇ ਆਖਿਆ ਸਤਿਗੁਰੂ ਪਾਤਸ਼ਾਹ ਦੀ ਚਿੱਠੀ ਆਈ ਹੈ, ਮਾਫ ਕਰਨਾ, ਮੈਨੂੰ ਆਨੰਦਪੁਰ ਸਾਹਿਬ ਸੱਦਿਆ। ਗੁਰੂ ਕੀ ਸੰਗਤ, ਰਿਸ਼ਤੇਦਾਰਾਂ ਨੇ ਆਖਿਆ, ਮਾਂ ਬਾਪ ਨੇ ਆਖਿਆ, ਗੁਰੂ ਕੀ ਸੰਗਤ, ਲੜਕੀ ਦੇ ਪਰਿਵਾਰ ਵਾਲਿਆਂ ਨੇ ਆਖਿਆ ਜੋਗਿਆ ਤੈਨੂੰ ਰੋਕਦੇ ਨਹੀਂ, ਪਰ ਮਿੰਟ ਨਾ, ਸਾਰੀ 10 ਮਿੰਟ ਦੀ ਗੱਲ ਰਹੀ ਹੈ। ਜੋਗਿਆ 2 ਲਾਵਾਂ ਲੈ ਕੇ ਚਲਾ ਜੀ। ਕਹਿੰਦੇ 10 ਮਿੰਟ? ਇਸ ਚਿੱਠੀ ਦੇ ਉੱਤੇ ਤੇ 1 ਸਕਿੰਟ ਵੀ ਰੁਕਣ ਦਾ ਹੁਕਮ ਨਹੀਂ ਹੈ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਗੁਰੂ ਯਾਦ ਹੈ, ਗੁਰੂ ਯਾਦ ਹੈ। ਜਦੋਂ ਗੁਰੂ ਯਾਦ ਹੈ, ਰੋਕਦੇ ਭਾਈ ਜੋਗਾ ਤੁਰ ਪਿਆ। ਗੁਰੂ ਕੀ ਸੰਗਤ ਪਿੰਡਾ ਤੈਅ ਕਰਦਾ ਤੁਰਿਆ ਜਾਂਦਾ, ਹੁਸ਼ਿਆਰਪੁਰ ਪੁੱਜਾ। ਓਹੋ, ਰੱਬ ਨਾ ਕਰੇ ਕਿਸੇ ਨੂੰ ਹਉਮੈ ਲੱਗ ਜੇ। ਇੱਕ ਵਾਰੀ ਕਹਿ ਦੇ ਵਾਹਿਗੁਰੂ, ਰੱਬ ਨਾ ਕਰੇ ਕਿਸੇ ਨੂੰ ਹਉਮੈ ਦਾ ਰੋਗ ਲੱਗ ਜੇ। ਜਦੋਂ ਹੁਸ਼ਿਆਰਪੁਰ ਪੁੱਜਿਆ, ਕਿੱਥੇ ਲਾਵਾਂ ਛੱਡ ਦਿੱਤੀਆਂ। ਜਦੋਂ ਗੁਰੂ ਯਾਦ ਸੀ, ਜਦੋਂ ਉੱਥੋਂ ਲੱਗਾ ਗੁਜ਼ਰਨਾ, ਤੇ ਸਾਧ ਸੰਗਤ ਜੀ ਬਾਜ਼ਾਰ ਦੇ ਵਿੱਚ ਇੱਕ ਮੰਦਾ ਬਾਜ਼ਾਰ ਸੀ, ਉੱਤੇ ਲਿਖਿਆ ਕਿ ਵੇਸਵਾ ਦੁਆਰਾ। ਇੱਕ ਉਹ ਅੱਖਰ ਨੇ ਜਿਨ੍ਹਾਂ ਨੇ ਲਾਵਾਂ ਛੱਡਣ ਲਈ ਮਜਬੂਰ ਕਰ ਦਿੱਤਾ। ਇੱਕ ਉਹ ਮਾੜੇ ਅੱਖਰ ਨੇ ਜਿਨ੍ਹਾਂ ਅੱਖਰਾਂ ਨੇ ਭਾਈ ਜੋਗੇ ਦੇ ਪੈਰਾਂ ਨੂੰ ਬ੍ਰੇਕਾਂ ਲਾ ਦਿੱਤੀਆਂ, ਜਾਮ ਲਾ ਦਿੱਤਾ। ਜੋਗਾ ਦਿਨ ਛਿਪ ਚੁੱਕਾ ਸੀ। ਮੁੱਕਦੀ ਗੱਲ ਕਿ ਗੁਰੂ ਕੀ ਸੰਗਤ ਇਹ ਅੱਖਰ ਪੜ੍ਹ ਕੇ ਵੇਸਵਾ ਦੁਆਰਾ। ਸਾਧ ਸੰਗਤ ਜੀ, ਜਦੋਂ ਰਾਤ ਦੇ 9 ਵਜੇ ਨਾ, ਬਾਣੀ ਪਾਤਸ਼ਾਹ ਫਰਮਾਉਂਦੇ ਨੇ, ਮਨ ਮੈਲਾ, ਸਭ ਕੁਛ ਮੈਲਾ, ਤਨ ਧੋਤਾ ਮੈਲ ਨਾ, ਮਨ ਅੱਛਾ ਨਾ ਹੋਵੇ। ਗੁਰੂ ਕੀ ਸੰਗਤ 9 ਵਜੇ ਜੋਗਾ ਉਸ ਵੇਸਵਾ ਦੇ ਚਬਾਰੇ ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਇੱਧਰ ਗਿਆ, ਜਦੋਂ ਇਹ 5ਵੀਂ ਪੌੜੀ ਤੇ ਖੜਾ ਸੀ, ਕਲਗੀਆਂ ਵਾਲੇ ਭੇਸ ਬਦਲ ਕੇ 7ਵੀਂ ਪੌੜੀ ਤੇ ਖੜੇ ਸਨ। ਆਖਿਆ ਪ੍ਰੇਮੀਆਂ ਕਿਹਨੂੰ ਮਿਲਣਾ? ਆਖਿਆ ਮੈਂ ਸਵੇਸੋਂ ਨੂੰ ਮਿਲਣਾ। ਆਖਿਆ ਤੂੰ ਨਹੀਂ ਮਿਲ ਸਕਦਾ। ਇੱਕ ਵਾਰੀ ਕਹਿ ਦੇ ਵਾਹਿਗੁਰੂ, ਕਾਮ ਪਿਆਰੀ ਕਾਮਣੀ, ਲੋਭੀ ਪਿਆਰਾ ਦਾਮ, ਭਗਤ ਪਿਆਰਾ ਸੰਤ ਹੈ, ਸੰਤ ਪਿਆਰਾ ਰਾਮ। ਆਖਿਆ ਤੂੰ ਨਹੀਂ ਮਿਲ ਸਕਦਾ। ਅੱਜ ਇਹਦੇ ਘਰੇ ਕੋਈ ਬਹੁਤ ਅਮੀਰ ਬੰਦਾ ਠਹਿਰਿਆ ਹੋਇਆ। ਜੋਗਾ ਥੱਲੇ ਉਤਰਿਆ, ਫਿਰ ਰਾਤ ਦੇ 11 ਵੱਜ ਗਏ, ਫਿਰ ਦੁਬਾਰਾ ਚੜਿਆ। ਗੁਰਦੇਵ ਨੇ ਆਖਿਆ ਯਾਰ ਤੂੰ ਬੜਾ ਢੀਠ ਬੰਦਾ, ਤੈਨੂੰ ਇੱਕ ਵਾਰੀ ਜੋ ਪਹਿਲਾਂ ਜੋ ਕਿਹਾ ਤੂੰ ਅੱਜ ਨਹੀਂ ਮਿਲ ਸਕਦਾ। ਪਾਤਸ਼ਾਹ ਭੇਸ ਬਦਲ ਕੇ ਖੜੇ ਸਨ। ਗੁਰੂ ਕੀ ਸੰਗਤ ਕਰਦੇ ਕਰਦੇ ਫਿਰ ਥੱਲੇ ਉਤਰਿਆ। ਰਾਤ ਦੇ 2 ਵਜੇ ਦਾ ਸਮਾਂ ਹੋ ਗਿਆ। ਜਦੋਂ ਰਾਤ ਦਾ 2 ਵਜੇ ਦਾ ਸਮਾਂ ਹੋ ਗਿਆ, ਭਾਈ ਜੋਗਾ ਫਿਰ ਗੁਰੂ ਕੀ ਸੰਗਤ ਉਸ ਚਬਾਰੇ ਤੇ ਚੜ੍ਹਿਆ। ਚੜ੍ਹਨ ਦੀ ਕੋਸ਼ਿਸ਼ ਕੀਤੀ, 5ਵੀਂ ਪੌੜੀ ਤੇ ਪਹੁੰਚਦਾ। 10ਵੇਂ ਪਾਤਸ਼ਾਹ ਫਿਰ ਇਹੋ ਜਿਹਾ ਸੀ ਤੁਹਾਡਾ ਕਲਗੀਆਂ ਵਾਲਾ। ਇੱਕ ਵਾਰੀ ਕਹਿ ਦੇ ਵਾਹਿਗੁਰੂ, ਇਹੋ ਜਿਹਾ ਸੀ ਤੁਹਾਡਾ ਬਾਜਾਂ ਵਾਲਾ। ਰੋਜ਼ ਪੜਿਆ ਕਰੋ ਡੰਡੌਤ ਬੰਦਨਾ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਮਹਾਰਾਜ ਜਦੋਂ ਤੀਜੀ ਵਾਰੀ ਚੜਿਆ, ਕਹਿੰਦੇ ਪ੍ਰੇਮੀਆਂ ਕੌਣ ਹੈ ਤੂੰ?
तेरे सिर ते नीली ते केसरी दस्तार है, तेरे तेड़ कशहर है, तेरे गल कृपाण है। ओ प्रेमिया तो वेखण तो गुरु गोबिंद सिंह दा सिख प्रतीत होना है। एक बारी कह दे वैरू किते छोटे होंदे पढ़िया करदे सन, बचपन दीयां गल्लां च बचपन च चलियां गईयां। निरा जापदा निहंग पग वाला पीला रंग, निरा जापदा निहंग पग वाला पीला रंग दिसे खालसा जी। आख्या जोगिया तेरा तो अमृत वेले वेले जागण का समय, माफ करना जोगिया तू एक बेसवा के द्वारे खलोता शोभा नहीं दिंदा। एक बारी कह दो यार, एक बेसवा के द्वारे खलोता शोभा नहीं दिंदा। एक ओ शब्द सुन जिन्होंने लावां छड्डण लई मजबूर किया, एक ओ शब्द ने जिन्होंने वेख के बेसवा के चबारे च चढ़ गया, एक ओ शब्द ने साध संगे जी माफ करना जिन्होंने सुन के वेसवा का द्वारा छड़ के आनंदपुर में चाले पाते खालसा जी। अखरी लिखण बोलन बाण अखरां सिर संजोग बखान, जिन ए लिखे ते सरनाए जे फरमाए तिन तम पाए। पाई जोगा वाटा मारदा आनंदपुर पुजा, गुरु की संगत शाम का वेला सी। महाराज के दरबार में पुजया, नमस्कार की कलगीधर पातशाह के चरणों में जाके मत्था टेकिया। गुरुदेव ने पूछा जोगिया तू आ गया? एक बारी कह दो वैरू, जोगिया तू आ गया? बोले तो बोले की जोगिया तू आ गया। भाई जोगा सिसकियां भर के रोंदा, मार के बोलता नहीं तेनू होया की? आख्या असीं ते उड़ीक कर रहे सी, साडा सिख विआह कराउण वास्ते गया, कोई मिठाई वगैरह लेके आवेगा, छकांगे भाई सगना की मिठाई छकांगे जी। सिख भी उतावले सन कि जो भाई जोगे का विआह होगा ना तो जोगा मिठाई लैके आवेगा, सगना की मिठाई असीं खावांगे छकांगे। आख्या जोगिया तेनू की हो गया, तू बोलता क्यों नहीं? माफ करना ओदी जबान से इको गल निकल रही थी जी, बख्श लो बख्श लो बख्श लो बख्श लो। गुरुदेव ने जो पूछा जोगिया तेरी रात किवें गुजरी? ये शब्द एटम बंब का कोड़ा सी। जोगिया तेरी रात किवें गुजरी? वो कोई चोरी कर लेंदा असीं तेनू माफ कर देंदे, कोई ठगी कर लेंदा तेनू माफ कर देंदे। माफ करना गुरु की संग जोगिया कोई होर कर्म कर लेंदा असीं तेनू माफ कर देंदे। जोगिया मैनू ये नहीं सी पता कि एक दिन तू मैनू एक वेसवा का पहरेदार बनावेगा, एक दिन तू मैनू वेसवा का पहरेदार बनावेगा। जोगी ने आख्या पातशाह बख्श लो, माड़े तां जो जभी हम गरीब ना मैं भुल गया। गुरुदेव ने योगी ने दिलासा दिता, आख्या जोगिया ये साखी मेरे सिखां नू बड़ा रंग दिया करेगी। एक बारी कह दो वैरू, उत्थे अजकल गुरुद्वारा साहब बनिया होया है, भाई जोगी दे नां ते गुरुद्वारा सत्संग जी जिथे वो वेसवा दा घर सी। मुकरी गल कि गुरु की संगत गुरु दा सिख गुर का कहा सकार कमावो, दुनिया पवे खूब खाते च। माफ करना सिख ने गुरु का वचन मनना। एक बारी कह दे वैरू बाणी पढ़िया करो, तुहानू पता लगे कि सतगुरु की कह रहे हैं। गुर का कहा सकार कमावो, गुर की करनी काहे को तावो। सिख ने वेख्या इधर आओ चलिए, समा भी आज्ञा नहीं दे रहा। सिख ने देखा कि औरत मरी पई है, घर वाली मरी पई है। गुरु के संग चुल्हे च अग बाली, अज की तरह गैस वगैरह नहीं सी आई, सैं का जमाना नहीं सी, पिंडां दे विच चुल्हे हुंदे सन। सिख ने प्रशादा करके तैयार, ओड़ा सिख राही सिख। माफ करना गुरु की संगत चोर सिख का रूप धारण करके आया सी, उन्होंने प्रशादा छकाया। प्रशादा छकाउण तो बाद आख्या चंगा भरावा फिर भी किते दर्शन देवी। माफ करना मन च गल सी, इन्हें तो करतूत कर ही छड़ी है, ये तो गिर ही गया, ये तो नीच पुणे ते आई गया। पर इन्हें कपड़े सिखां वाले पाए ने
जे मैं दुनिया च गल की कि मेरे घर वाली नूं एक चोर सिखां वाले कपड़े पा के माफ करना मार के चला गया, मेरे गुरु का नाम बदनाम होएगा। एक बारी कह दो माफ करना गुरु की संगत। सिख ने बिस्तरे वगैरह कट्ठे करके ना जो ये चोर सिख चला गया ना, इन्हें घर नूं अग ला दी। साध संगत जी माफ करना जो अग लाती, लोग पुछते प्रेमिया की हो गया, घर नूं अग किवें लग गई? कहता जी मैं अमर जोड़ा संभालन गया सी, घर नूं अग लग गई। वो तेरे घर वाली कहता वो तो मैं देखा नहीं, पर उदों अग इन्नी वध चुकी सी, उत्थे वड़ना बहुत मुश्किल सी। साध संगत जी उधर चोर सिख अगे वधदा, जो चोर सिखी का रूप सिख का रूप धारण करके आया सी, जदों अगे वधदा तो उन्होंने दसना बंद हो जाता। पर वह सिख जिसके घर वाली गुरु की संगत ये चोर बनया सिख, माफ करना गुरु की संगत मार के गया सी, इस सिख ने भी हरमंदर साहब नूं चाले पाते। वो सिख जो अखां तो दिसना बंद हो गया, महाराज चरणों में बेनती की, महाराज कृपा करो, मैं बहुत गलत काम किया, तुहाडे सिख दे घर वाली का कतल किया, मर्डर किया, महाराज मैनू दिसना शुरू होवे, मैं तुहाडे चरणों में पुजांगा। गुरु की संगत सिख नूं दिसना शुरू हुंदा, चोर सिख नूं दिसना शुरू हुंदा। माफ करना उधर इस सिख ने चाले पाते ने, उधर वो चोर सिख गुरु अर्जन देव महाराज के चरणों में पुजा ना, ये पिछे पिछे ये सिख जिहड़ा महाराज सिद्दकी सिख सी, एक बारी कह दे वाहिगुरू। गुरु की संगत ये भी अगे वधिया, नमस्कार करनी सी। वो चोर सिख है जिहड़ा बेनतियां करदा, महाराज मैनूं बख्श लो, मेरे तो बहुत वड्डी गलती हो गई, मेरे तो बहुत वड्डी भूल हो गई। पर साध संगत जी एक पासे हाथ जोड़ के खड़ा, वो सिद्दकी सिख उन्हें नमस्कार की, महाराज दे चरण नमस्कार की, गरीब नवाज बड़ी बख्शिश करते रहोगे। महाराज ने आख्या सिखा की हाल है? आख्या गरीब नवाज मैं तेन की दसा, तुसीं ते सब कुछ जानते हो, अंतरजामी सब विद जाने। मारे गुरु अर्जन देव महाराज सिखा बोलते सही, कुछ बोलते सही, कुछ दसते सही। इस सिद्दकी सिख ने आख्या महाराज मैं तां बोलां जे मैनू बोलन की लोड़ है, तुसीं ते अंतरजामी हो। गुरदेव ने आख्या सिखा इस चोर ने सिख बन के तेरे घर वाली का मर्डर किया, बोल इस चोर नूं की सजा दईए? सिख ने आख्या जी सजा दोगे? महाराज सजा दोगे? गुरु साहब कहते क्यों नहीं? आख्या महाराज तुसीं सजा इनूं देनी नहीं। आख्या महाराज मरिया तो पहला ही पिया है, मरिया तो चोरियां ठगियां ते हीरा फेरियां करके मरिया पिया, मारे की सजा दोगे? गुरु साहब कहते जो कहेंगे सजा दे देंगे। सिख ने आख्या मारे करो कृपा, जे इस सिख नूं सजा देनी है तो इनू मेरे वर्गा जीवन दे दिओ। साध संगत जो जी मेरे ते कृपा की है ना, ये ते भी कृपा करो। भला भला जिथे जाइए बईए उथे भला कहीए, माफ करना समा आग्ञा नहीं दिंदा, भला मंगीए भले की गल करिए, जिथे जाके बईए संगत है। सो साध संगत जी विचार तो कुछ होर चली सी, कल की विचार इत्थे ही शुरू की जाएगी। इन्हें शब्द प्रमाण करो साध संगत जी, फिर कदे नदी नाव संजोगी मेले समा दिन रात इस तरह ही चलता रहता है। गुरु की संगत टिक 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 घड़ियां दी चलती रहिंदी, घड़ियां तो घंटे, घंटियां तो पैर, पैर तो दिन, दिन तो रातां, रातां तो मुकदी गल की साथ अगे महीने बन जा, महीने तो साल बन जाते, फिर जिंदगी गुजर जाती जी। एक बारी कह रहे वाहिगुरू इन्हें शब्द प्रवान करो जी, होइयां भुलां दी माफ़ी। वाहिगुरू जी का खालसा, वाहिगुरू जी की फतेह।